ज्योति ओके। हाँ जी बेटा, स्क्रीन विजिबल सारे ਨੂੰ? Yes, sir. Okay. So today we are again going to continue our chapter number 4 ਔਰ ਉਹਦਾ ਆਪਾਂ ਲਾਸਟ ਟੌਪਿਕ ਅੱਜ ਡਿਸਕਸ ਕਰਨ ਜਾ ਰਹੇ ਹਾਂ। ਔਰ ਬੇਟਾ ਇਹਦੇ ਵਿੱਚ ਆਪਾਂ ਲਾਸਟ ਸੈਸ਼ਨ ਦੇ ਵਿੱਚ ਐਪਲੀਕੇਸ਼ਨ ਆਫ ਸਟੈਕ ਡਿਸਕਸ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਕੁਝ ਐਪਲੀਕੇਸ਼ਨ ਡਿਸਕਸ ਕੀਤੀਆਂ ਸੀਗੀਆਂ। ਠੀਕ ਹੈ, ਟੂਡੇ ਵੀ ਆਰ ਗੋਇੰਗ ਟੂ ਡਿਸਕਸ ਆ next application, that is stacks can be used for memory management, and then we will see stack data structure are used in backtracking problem, and finally we will discuss a recursion as well as a quick sort as an application of a data structure. So beta ਜਿਹੜਾ ਆਪਣੇ ਕੋਲ stack can be used for a memory management, that is a very important ਆਪਣੇ ਕੋਲ ਇਹ ਟੌਪਿਕ ਹੈ। ਬੇਟਾ ਨੂੰ ਧਿਆਨ ਦੇ ਨਾਲ ਸਮਝਣਾ ਹੈ, ਬਿਕੋਜ਼ ਬੁੱਕਸ ਦੇ ਵਿੱਚ ਇਹ ਡਾਇਰੈਕਟ ਇਹਦੇ ਵਿੱਚ ਗ੍ਰਾਫਿਕਲੀ ਨਹੀਂ ਸਮਝਾਇਆ ਕਿ ਕਿਸ ਤਰੀਕੇ ਨਾਲ ਜਿਹੜਾ ਸਟੈਕ ਹੈ ਮੈਮਰੀ ਮੈਨੇਜਮੈਂਟ ਹੈਲਪ ਕਰਦਾ ਹੈ। ਸੋ ਬੇਟਾ ਧਿਆਨ ਦੇ ਨਾਲ ਸਮਝਣਾ ਹੈ। ਸੋ ਲੈਟਸ ਸਟਾਰਟ ਵਿਦ ਦਾ ਐਪਲੀਕੇਸ਼ਨ ਸਟੈਕਸ ਕੈਨ ਬੀ ਯੂਜ਼ਡ ਫॉर ਮੈਮਰੀ ਮੈਨੇਜਮੈਂਟ। ਸੋ ਫਸਟ ਆਫ ਆਲ ਬੇਟਾ ਮੈਮਰੀ ਮੈਨੇਜਮੈਂਟ ਦਾ ਮਤਲਬ ਕੀ ਹੁੰਦਾ ਹੈ? ਹਾਂਜੀ, ਕੋਈ ਦੱਸ ਸਕਦਾ ਬੇਟਾ ਮੈਮਰੀ ਮੈਨੇਜਮੈਂਟ ਦਾ ਕੀ ਮਤਲਬ ਹੋਏਗਾ? ਹਾਂਜੀ ਹਾਂਜੀ ਬੇਟਾ ਮੈਮਰੀ ਮੈਨੇਜਮੈਂਟ ਦਾ ਮਤਲਬ ਇਹ ਹੈ ਕਿ ਬੇਟਾ ਜਦੋਂ ਆਪਾਂ ਆਪਣੀ ਮੈਮਰੀ ਨੂੰ ਮੈਨੇਜ ਕਰਦੇ ਹਾਂ, ਮੈਨੇਜ ਇਨ ਦਾ ਸੈਂਸ ਕਿ ਕਿਸ ਟਾਈਮ ਆਪਾਂ ਮੈਮਰੀ ਐਲੋਕੇਟ ਕਰਨੀ ਹੈ, ਕਿਸ ਟਾਈਮ ਮੈਮਰੀ ਆਪਾਂ ਡੀ ਐਲੋਕੇਟ ਕਰਨੀ ਹੈ, ਜਾਂ ਕਿਸ ਟਾਈਮ ਆਪਾਂ ਜਿਹੜੀ ਮੈਮਰੀ ਐਲੋਕੇਟ ਕੀਤੀ ਉਹਨੂੰ ਰੀਸਾਈਜ਼ ਕਰਨਾ ਹੈ। ਸੋ ਆਲ ਦਿਸ ਕੰਸੈਪਟ ਇਜ਼ ਨੋਨ ਐਜ਼ ਅ ਮੈਮਰੀ ਮੈਨੇਜਮੈਂਟ। ਠੀਕ ਹੈ, ਸੋ ਦੈਟ ਇਜ਼ ਅ ਵੈਰੀ ਇੰਪੋਰਟੈਂਟ ਬਿਕੋਜ਼ ਇਨ ਕੰਪਿਊਟਰ ਸਿਸਟਮ ਆਪਾਂ ਨੂੰ ਪਤਾ ਹੈ ਕਿ ਡਾਟਾ ਸਾਡਾ ਮੈਮਰੀ ਵਿੱਚ ਸਟੋਰ ਹੁੰਦਾ ਹੈ। ਅਗਰ ਆਪਾਂ ਆਪਣੀ ਜਿਹੜਾ ਪ੍ਰੋਪਰ ਮੈਮਰੀ ਨੂੰ ਪ੍ਰੋਪਰ ਮੈਨੇਜ ਨਹੀਂ ਕਰਾਂਗੇ ਤਾਂ ਦੈਨ ਸਪੋਜ਼ ਆਪਾਂ ਡਾਟਾ ਉਹਦੇ ਵਿੱਚ ਐਡ ਕਰਦੇ ਜਾ ਰਹੇ ਹਾਂ ਔਰ ਸਮਟਾਈਮਸ ਕੀ ਆਏਗਾ, ਆਪਣੇ ਕੋਲ ਮੈਮਰੀ ਫੁੱਲ ਹੋ ਜਾਏਗੀ ਔਰ ਡਾਟਾ ਆਪਾਂ ਬੇਟਾ ਫਰਦਰ ਸਟੋਰ ਨਹੀਂ ਕਰ ਸਕਾਂਗੇ। ਸੋ ਇਸ ਚੀਜ਼ ਨੂੰ ਓਵਰਕਮ ਕਰਨ ਲਈ ਜਾਂ ਅਵੋਇਡ ਕਰਨ ਲਈ ਬੇਟਾ ਆਪਾਂ ਕੰਸੈਪਟ ਯੂਜ਼ ਕਰਦੇ ਹਾਂ ਮੈਮਰੀ ਮੈਨੇਜਮੈਂਟ ਦਾ, ਜਿਹਦੇ ਵਿੱਚ ਮੈਮਰੀ ਐਲੋਕੇਟ ਵੀ ਹੋਏਗੀ ਐਜ਼ ਵੈਲ ਐਜ਼ ਅ ਡੀ ਐਲੋਕੇਟ ਵੀ ਹੋਏਗੀ। ਬੇਟਾ ਮੈਮਰੀ ਐਲੋਕੇਟ ਕਦੋਂ ਹੋਏਗੀ? ਜਦੋਂ ਮੈਮਰੀ ਰਿਕੁਆਇਰਡ ਹੋਏਗੀ, ਕੋਈ ਵੀ ਵੇਰੀਏਬਲ ਆਪਾਂ ਸਟੋਰ ਕਰਨਾ ਹੈ ਤੇ ਦੈਨ ਉੱਥੇ ਮੈਮਰੀ ਐਲੋਕੇਟ ਹੋਏਗੀ। ਜਦੋਂ ਆਪਣੇ ਕੋਲ ਵੇਰੀਏਬਲ ਦਾ ਰੋਲ ਖਤਮ ਹੋ ਜਾਏਗਾ ਉਦੋਂ ਮੈਮਰੀ ਆਪਾਂ ਵਾਪਸ ਲੈ ਲਾਂਗੇ, ਉਹਨੂੰ ਆਪਾਂ ਡੀ ਐਲੋਕੇਟ ਦਾ ਮੈਮਰੀ ਕਹਿੰਦੇ ਹਾਂ। ਕਲੀਅਰ? ਸੋ ਕੀ ਹੋ ਰਿਹਾ ਹੈ ਇਹਨੂੰ ਆਪਾਂ ਬੇਟਾ ਗ੍ਰਾਫਿਕਲੀ ਵੀ ਦੇਖਾਂਗੇ। ਸੋ ਫਸਟ ਆਫ ਆਲ ਦਾ ਐਲੋਕੇਸ਼ਨ ਹੈਪਨਸ ਔਨ ਕੰਟੀਜੀਅਸ ਬਲੌਕ ਆਫ ਮੈਮਰੀ। ਬੇਟਾ ਮੈਮਰੀ ਜਦੋਂ ਵੀ ਆਪਾਂ ਨੂੰ ਐਲੋਕੇਟ ਹੁੰਦੀ ਹੈ ਉਹਦੇ ਵਿੱਚ ਕੀ ਹੋਏਗਾ ਕਿ ਐਲੋਕੇਸ਼ਨ ਮੀਨਸ ਕੀ ਹੈ, ਮੈਮਰੀ ਆਪਾਂ ਨੂੰ ਐਲੋਕੇਟ ਹੋ ਰਹੀ ਹੈ ਕਿਹੜੀ ਫਾਰਮ ਦੇ ਵਿੱਚ? ਕੰਟੀਜੀਅਸ ਬਲੌਕ ਆਫ ਮੈਮਰੀ। ਇੱਕ ਕੰਟੀਜੀਅਸ ਬਲੌਕ ਆਫ ਮੈਮਰੀ ਮਿਲ ਜਾਏਗੀ ਆਪਾਂ ਨੂੰ। ਉਹ ਆਪਾਂ ਨੂੰ ਬੇਟਾ ਕੀ ਹੋਏਗੀ, ਸਿਸਟਮ ਜੋ ਵੀ ਆਪਾਂ ਵੇਰੀਏਬਲ ਹੈ ਜਾਂ ਫੰਕਸ਼ਨਸ ਹੈ ਜਾਂ ਆਪਾਂ ਸਪੋਜ਼ ਐਰੇ ਹੈ ਬੇਟਾ ਉਹ ਐਲੋਕੇਟ ਹੋ ਜਾਏਗੀ। ਕੰਟੀਜੀਅਸ ਦਾ ਬੇਟਾ ਸਭ ਨੂੰ ਕਲੀਅਰ ਹੈ ਨਾ? ਕੰਟੀਜੀਅਸ ਮੀਨਿੰਗ ਬੇਟਾ ਕੰਟੀਜੀਅਸ ਮੀਨਿੰਗ ਕਲੀਅਰ ਹੈ ਸਾਰਿਆਂ ਨੂੰ? ਸੁਣ, ਆਵਾਜ਼ ਆ ਰਹੀ ਮੇਰੀ? Yes, Yes, sir. ਓਕੇ ਬੇਟਾ, ਕੰਟੀਜੀਅਸ ਦਾ ਮਤਲਬ ਹੁੰਦਾ ਹੈ ਕਿ ਇੱਕ ਆਪਾਂ ਨੂੰ ਰੂਟੀਨ ਦੇ ਵਿੱਚ ਲਗਾਤਾਰ ਜਿਹੜੀ ਹੈ, ਮੰਨ ਲਓ ਇੱਕ ਸੈੱਲ ਤੋਂ ਬਾਅਦ ਦੂਸਰਾ ਸੈੱਲ, ਦੂਸਰੇ ਬਾਅਦ ਤੋਂ ਤੀਸਰਾ ਸੈੱਲ। ਦੈਟ ਮੀਨਸ ਕਿ ਜਦੋਂ ਵੀ ਬੇਟਾ ਮੈਨੂੰ ਮੈਮਰੀ ਐਲੋਕੇਟ ਹੋਏਗੀ, ਅਗਰ ਆਪਾਂ ਸਟੈਕ ਦੀ ਗੱਲ ਕਰੀਏ ਤਾਂ ਆਪਾਂ ਨੂੰ ਕੰਟੀਜੀਅਸ ਬਲੌਕ ਮੈਮਰੀ ਦਾ ਐਲੋਕੇਟ ਹੋਏਗਾ। ਦੈਨ ਵੀ ਕਾਲ ਇਟ ਸਟੈਕ ਮੈਮਰੀ, ਔਰ ਉਸ ਮੈਮਰੀ ਨੂੰ ਕੀ ਕਹਾਂਗੇ ਆਪਾਂ? ਸਟੈਕ ਮੈਮਰੀ ਕਹਾਂਗੇ, ਔਰ ਯੂ ਕੈਨ ਸੇ ਆ ਸਟੈਕ ਮੈਮਰੀ ਐਲੋਕੇਸ਼ਨ। ਬੇਟਾ ਆਪਾਂ ਹੁਣ ਐਗਜ਼ਾਮਪਲ ਦੇ ਨਾਲ ਕਲੀਅਰ ਕਰਾਂਗੇ ਕਿ ਜਦੋਂ ਵੀ ਆਪਾਂ ਕੋਈ ਵੀ ਪ੍ਰੋਗਰਾਮ ਰਨ ਕਰਦੇ ਹਾਂ ਤੇ ਦੈਨ ਉਹਨੂੰ ਬੇਟਾ ਮੈਮਰੀ ਐਲੋਕੇਟ ਹੁੰਦੀ ਹੈ ਔਰ ਉਸ ਮੈਮਰੀ ਨੂੰ ਆਪਾਂ ਕਹਿੰਦੇ ਹਾਂ ਸਟੈਕ ਮੈਮਰੀ ਐਲੋਕੇਸ਼ਨ, ਬਿਕੋਜ਼ ਦ ਐਲੋਕੇਸ਼ਨ ਹੈਪਨਸ ਇਨ ਫੰਕਸ਼ਨ ਕਾਲ ਸਟੈਕ। ਬਿਕੋਜ਼ ਐਲੋਕੇਸ਼ਨ ਉਦੋਂ ਹੋਏਗੀ ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕਰਾਂਗੇ। ਹੁਣੇ ਆਪਾਂ ਸਾਰੀ ਐਗਜ਼ਾਮਪਲ ਜਿਹੜੀ ਵੀ ਆਪਾਂ ਚੀਜ਼ ਲਿਖੀ ਹੋਈ ਆ ਇਹਨੂੰ ਆਪਾਂ ਐਗਜ਼ਾਮਪਲ ਇਹਨਾਂ ਗ੍ਰਾਫਿਕਲੀ ਕਲੀਅਰ ਕਰਾਂਗੇ। ਦੈਨ ਕੀ ਕਹਿ ਰਿਹਾ ਹੈ? ਦ ਸਾਈਜ਼ ਆਫ ਮੈਮਰੀ ਟੂ ਬੀ ਐਲੋਕੇਟਿਡ ਇਜ਼ ਨੋਨ ਟੂ ਕੰਪਾਈਲਰ। ਬੇਟਾ ਇਹਦਾ ਮਤਲਬ ਇਹ ਹੈ ਕਿ ਕਿੰਨੀ ਮੈਮਰੀ ਐਲੋਕੇਟ ਕਰਨੀ ਹੈ ਕਿਸੇ ਵੀ ਵੇਰੀਏਬਲ ਨੂੰ ਜਾਂ ਐਰੇ ਨੂੰ ਜਾਂ ਫੰਕਸ਼ਨ ਨੂੰ, ਉਹ ਆਲਰੇਡੀ ਕੰਪਾਈਲਰ ਨੂੰ ਬੇਟਾ ਪਤਾ ਹੁੰਦਾ ਹੈ। ਸਾਨੂੰ ਉੱਥੇ ਸਪੈਸੀਫਾਈ ਕਰਨ ਦੀ ਲੋੜ ਨਹੀਂ ਹੈ, ਪ੍ਰੋਗਰਾਮਰ ਨੂੰ ਉੱਥੇ ਸਪੈਸੀਫਾਈ ਕਰਨ ਦੀ ਲੋੜ ਨਹੀਂ ਹੈ ਕਿ ਕਿੰਨੀ ਮੈਮਰੀ ਐਲੋਕੇਟ ਕਰਨੀ ਹੈ ਜਾਂ ਕਿੰਨੀ ਮੈਮਰੀ ਡੀ ਐਲੋਕੇਟ ਕਰਨੀ ਹੈ। ਡੈਟ ਇਜ਼ ਅ ਟੋਟਲੀ ਰੋਲ ਆਫ ਦਾ ਕੰਪਾਈਲਰ।
ठीक है। सो कंपाइलर इन एडवांस पता होंदा है कि कितनी मैमरी जिहड़ी है वो एलोकेट करनी है, ਜਾਂ कितना साइज है पर्टिकुलर वेरीएबल नूं ਜਾਂ ਐਰੇ ਨੂੰ ਜਾਂ फंक्शन नूं चाहिदा है। क्लीयर बेटा? यस और नो? सो डैट्स वाई लिखिया होया the size of memory to be allocated is known to compiler, and whenever a function is called, then बेटा की हो रहा, when the function is called, when the function is called, its variable gets memory allocated on the stack। बेटा that is a very important। बेटा जो भी फंक्शन कॉल होएगा उस टाइम ਤੇ ਆਪਣੇ ਉਹਦੇ ਵਿੱਚ ਜਿਹੜੇ ਵੇਰੀਏਬਲਸ ਹੋਣਗੇ बेटा उन्होंने की होएगी मैमरी एलोकेट हो जाएगी। क्लीयर बेटा? ਹੁਣ ਆਪਾਂ ਐਗਜ਼ਾਮਪਲ ਦੇ ਨਾਲ ਦੇਖਾਂਗੇ। ਮੈਂ ਬਾਰ-ਬਾਰ ਕਹਿ ਰਿਹਾ ਕਿ ਐਗਜ਼ਾਮਪਲ ਨਾਲ ਦੇਖਾਂਗੇ, ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੈਮਰੀ ਮੈਨੇਜਮੈਂਟ ਕੀ ਹੁੰਦਾ ਹੈ। ਸੋ ਪਹਿਲੀ ਗੱਲ ਤਾਂ ਜਿਹੜੀ ਮੈਮਰੀ ਐਲੋਕੇਸ਼ਨ ਹੋਏਗੀ ਉਹ ਕੰਟੀਨਿਊਸ ਬਲਾਕ ਆਫ ਮੈਮਰੀ ਐਲੋਕੇਟ ਹੋਏਗਾ, ਠੀਕ ਹੈ। ਦੈਨ ਉਸ ਨੂੰ ਆਪਾਂ ਸਟੈਕ ਮੈਮਰੀ ਐਲੋਕੇਸ਼ਨ ਕਵਾਂਗੇ, ਬਿਕੋਜ਼ ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕਰਾਂਗੇ ਉਦੋਂ ਆਪਣੇ ਕੋਲ ਮੈਮਰੀ ਕੀ ਹੋਏਗੀ, ਐਲੋਕੇਟ ਹੋਏਗੀ। और बेटा ਜਿਹੜਾ ਸਾਈਜ਼ ਆਪਾਂ ਮੈਮਰੀ ਦਾ ਐਲੋਕੇਟ ਹੋਏਗਾ ਡੈਟ ਇਜ਼ ਆਲਰੇਡੀ ਨੋਨ ਟੂ ਅ ਕੰਪਾਈਲਰ। ਡੈਟ ਮੀਨਸ ਪ੍ਰੋਗਰਾਮਾਂ ਨੂੰ ਵਰੀ ਕਰਨ ਦੀ ਲੋੜ ਨਹੀਂ ਹੈ ਕਿ ਕਿੰਨਾ ਸਾਈਜ਼ ਐਲੋਕੇਟ ਕਰਨਾ ਹੈ ਜਾਂ ਡੀ ਐਲੋਕੇਟ ਕਰਨਾ ਹੈ। ਉਹ ਅਕੋਰਡਿੰਗ ਟੂ ਅ ਫੰਕਸ਼ਨ, ਅਕੋਰਡਿੰਗ ਟੂ ਅ ਵੇਰੀਏਬਲ, ਉਹਦੇ ਅਕੋਰਡਿੰਗ ਜਿਹੜਾ ਕੰਪਾਈਲਰ ਹੈ ਉਹ ਮੈਮਰੀ ਦਾ ਉਹਨੇ ਸਾਈਜ਼ ਦੀ ਮੈਮਰੀ ਕੀ ਹੋ ਜਾਏਗੀ, ਉਹਨੂੰ ਐਲੋਕੇਟ ਹੋ ਜਾਏਗੀ। ਔਰ ਬੇਟਾ ਜਦੋਂ ਫੰਕਸ਼ਨ ਕਾਲ ਹੋਏਗਾ, आई रिपीट अगेन बेटा, जो भी फंक्शन कॉल होएगा दैन ਉਹਦੇ ਵਿੱਚ ਜਿਹੜੇ ਆਪਣੇ ਕੋਲ ਵੇਰੀਏਬਲਸ ਆਪਾਂ ਯੂਜ਼ ਕੀਤੇ ਹੋਏ ਆ ਬੇਟਾ ਉਸ ਟਾਈਮ ਉਹਨੂੰ ਮੈਮਰੀ ਕੀ ਹੋ ਜਾਏਗੀ, ਐਲੋਕੇਟ ਹੋ ਜਾਏਗੀ, ਠੀਕ ਹੈ। ਸਟੈਕ ਦੇ ਵਿੱਚ ਜਿਹੜੀ ਮੈਮਰੀ ਹੋਏਗੀ ਉਹ ਵੇਰੀਏਬਲ ਨੂੰ ਕਦੋਂ ਐਲੋਕੇਟ ਹੋਏਗੀ, ਜਦੋਂ ਫੰਕਸ਼ਨ ਨੂੰ ਆਪਾਂ ਕਾਲ ਕਰਾਂਗੇ। ਐਂਡ ਵੈਨ ਐਵਰ ਦਾ ਫੰਕਸ਼ਨ ਕਾਲ ਇਜ਼ ਓਵਰ, ਜਦੋਂ ਬੇਟਾ ਫੰਕਸ਼ਨ ਦਾ ਕੰਮ ਖਤਮ ਹੋ ਜਾਂਦਾ ਹੈ, ਫੰਕਸ਼ਨ ਨੇ ਆਪਣਾ ਟਾਸਕ ਖਤਮ ਕਰ ਦਿੱਤਾ ਹੈ, ਤਾਂ ਕਹਿੰਦਾ ਕਿ ਜਿਹੜੇ ਉਹਦੇ ਵਿੱਚ ਵੇਰੀਏਬਲਸ ਹੁੰਦੇ ਆ, ਜਿਹੜੀ ਮੈਮਰੀ ਐਲੋਕੇਟ ਕੀਤੀ ਹੁੰਦੀ ਹੈ ਉਹ ਡੀ ਐਲੋਕੇਟ ਹੋ ਜਾਂਦੀ ਹੈ। ਸੋ ਡੈਟਸ ਵਾਈ ਲਿਖਿਆ ਹੋਇਆ ਹੈ ਐਂਡ ਵੈਨ ਐਵਰ ਦਾ ਫੰਕਸ਼ਨ ਕਾਲ ਇਜ਼ ਓਵਰ ਦੈਨ the memory for the variable is deallocated। clear beta? yes or no? स्टूडेंट्स आवाज आ रही मेरी? हाँ जी स्टूडेंट्स आवाज आ रही बेटा? यस सर। वेट बेटा, अगर आवाज आ रही है तो थोड़ा रिस्पॉन्स तो दो भी, कुछ यस और नो तो बोलो। ਮੈਨੂੰ ਪਤਾ ਲੱਗਾ ਵੀ ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ ਬੇਟਾ। ਕਲੀਅਰ? ਸੋ ਵੇਟ, ਸੋ ਕੀ ਹੋਏਗਾ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਬੇਟਾ। ਸਿੰਪਲ ਹੈ ਕਿ ਮੈਮਰੀ ਮੈਨੇਜਮੈਂਟ ਦਾ ਮਤਲਬ ਹੈ ਕਿ ਮੈਮਰੀ ਐਲੋਕੇਟ ਕਰਨੀ ਔਰ ਮੈਮਰੀ ਡੀ ਐਲੋਕੇਟ ਕਰਨੀ। ਮੈਮਰੀ ਐਲੋਕੇਟ ਜਾਂ ਡੀ ਐਲੋਕੇਟ ਕਿਹਨੂੰ ਹੋਏਗੀ, ਜਿਹੜੇ ਆਪਾਂ ਵੇਰੀਏਬਲ ਜਾਂ ਐਰੇ ਜਾਂ ਫੰਕਸ਼ਨ ਬੇਟਾ ਆਪਾਂ ਪ੍ਰੋਗਰਾਮ ਦੇ ਵਿੱਚ ਯੂਜ਼ ਕਰਾਂਗੇ ਉਹਨੂੰ ਮੈਮਰੀ ਐਲੋਕੇਟ ਹੋਏਗੀ ਜਦੋਂ ਉਹਦਾ ਰੋਲ ਹੋਏਗਾ, ਜਦੋਂ ਉਹਨੂੰ ਆਪਾਂ ਯੂਜ਼ ਕਰਾਂਗੇ। ਬੇਟਾ ਜਦੋਂ ਉਹਦਾ ਰੋਲ ਖਤਮ ਹੋ ਜਾਏਗਾ, ਯੂਜ਼ ਖਤਮ ਹੋ ਜਾਏਗਾ, ਮੈਮਰੀ ਕੀ ਹੋ ਜਾਏਗੀ, ਡੀ ਐਲੋਕੇਟ ਹੋ ਜਾਏਗੀ। ਬੇਟਾ ਇਹਨੂੰ ਕੀ ਕਹਿੰਦੇ ਆਪਾਂ, ਮੈਮਰੀ ਮੈਨੇਜਮੈਂਟ ਕਹਿੰਦੇ। ਕਲੀਅਰ ਬੇਟਾ? ਯੈਸ ਔਰ ਨੋ? यस सर। ठीक है। और किसी भी वेरिएबल ਨੂੰ ਕਿੰਨੀ ਮੈਮਰੀ ਮਿਲਣੀ ਹੈ, ਠੀਕ ਹੈ, ਦੈਟ ਇਜ਼ ਟੋਟਲੀ ਨੋਨ ਟੂ ਦਾ ਕੰਪਾਈਲਰ ਇਨ ਐਡਵਾਂਸ। ਕੰਪਾਈਲਰ ਨੂੰ ਪਤਾ ਹੁੰਦਾ ਹੈ ਕਿ ਅਗਰ ਮੈਂ ਵੇਰੀਏਬਲ ਇੰਟੀਜਰ ਟਾਈਪ ਦਾ ਲੈ ਰਿਹਾ ਤਾਂ ਇਹਨੂੰ ਕਿੰਨੀ ਮੈਮਰੀ ਮੈਂ ਐਲੋਕੇਟ ਕਰਨੀ ਹੈ। ਬੇਟਾ ਤੁਹਾਨੂੰ ਉੱਥੇ ਦੱਸਣ ਦੀ ਜਾਂ ਪ੍ਰੋਗਰਾਮਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਇਹ ਵੇਰੀਏਬਲ ਲੈ ਰਿਹਾ ਹਾਂ, ਇਹਨੂੰ ਮੈਮਰੀ 2 ਬਾਈਟ ਚਾਹੀਦੀ। ਨੋ, ਡੈਟ ਇਜ਼ ਆਲਰੇਡੀ ਨੋਨ ਟੂ ਅ ਕੰਪਾਈਲਰ। ਕੰਪਾਈਲਰ ਆਟੋਮੈਟਿਕਲੀ ਉਹਨੂੰ ਉਨੇ ਸਾਈਜ਼ ਦੀ ਮੈਮਰੀ ਕੀ ਕਰ ਦੇਗਾ, ਐਲੋਕੇਟ ਕਰ ਦੇਗਾ, ਠੀਕ ਹੈ। ਸੋ ਵੈਨ ਐਵਰ ਬੇਟਾ ਫੰਕਸ਼ਨ ਜਦੋਂ ਵੀ ਆਪਾਂ ਕੋਈ ਵੀ ਕਾਲ ਕਰਾਂਗੇ, ਠੀਕ ਹੈ, ਦੈਨ ਉਹਦੇ ਵਿੱਚ ਜਿਹੜੇ ਵੇਰੀਏਬਲਸ ਹੋਣਗੇ ਉਹਨਾਂ ਨੂੰ ਕੀ ਹੈ, ਮੈਮਰੀ ਐਲੋਕੇਟ ਹੋ ਜਾਏਗੀ। ਆਈ ਰਿਪੀਟ ਅਗੇਨ, ਵੈਨ ਐਵਰ ਅ ਫੰਕਸ਼ਨ ਇਜ਼ ਕਾਲਡ, ਆਪਾਂ ਹੁਣ ਦੇਖਾਂਗੇ ਜਦੋਂ ਫੰਕਸ਼ਨ ਕਾਲ ਕਰਾਂਗੇ ਉਹਦੇ ਵਿੱਚ ਜਿੰਨੇ ਵੀ ਵੇਰੀਏਬਲਸ ਬੇਟਾ ਹੋਣਗੇ ਉਹਨਾਂ ਸਾਰਿਆਂ ਨੂੰ ਕੀ ਹੋ ਜਾਏਗੀ, ਮੈਮਰੀ ਐਲੋਕੇਟ ਹੋ ਜਾਏਗੀ। ਔਰ ਜਦੋਂ ਬੇਟਾ ਫੰਕਸ਼ਨ ਆਪਣਾ ਕੰਮ ਖਤਮ ਕਰ ਦੇਗਾ, ਦੈਟ ਇਜ਼ ਕਾਲ ਇਜ਼ ਓਵਰ। ਕਾਲ ਇਜ਼ ਓਵਰ ਦਾ ਮਤਲਬ ਕੀ ਹੈ, ਜਦੋਂ ਫੰਕਸ਼ਨ ਨੇ ਆਪਣਾ ਟਾਸਕ ਖਤਮ ਕਰ ਲਿਆ ਹੈ, ਉਹਦੀ ਕਾਲ ਓਵਰ ਹੋ ਗਈ ਹੈ, ਦੈਨ ਉਸ ਕੇਸ ਵਿੱਚ ਜਿਹੜੇ ਵੇਰੀਏਬਲਸ ਉਹਦੇ ਮੈਮਰੀ ਐਲੋਕੇਟ ਕੀਤੀ ਸੀਗੀ ਬੇਟਾ ਦਾ ਔਰ ਵੇਰੀਏਬਲ ਤੋਂ ਮੈਮਰੀ ਕੀ ਹੋ ਜਾਏਗੀ, ਡੀ ਐਲੋਕੇਟ ਹੋ ਜਾਏਗੀ। ਸੋ ਡੈਟਸ ਵਾਈ ਲਿਖਿਆ ਹੋਇਆ ਹੈ ਐਂਡ ਵੈਨ ਐਵਰ ਦਾ ਫੰਕਸ਼ਨ ਕਾਲ ਇਜ਼ ਓਵਰ ਦ ਮੈਮਰੀ ਫॉर द वेरिएबल इज डीएलोकेटेड। दिस ऑल हैपन यूजिंग अ सम प्री डिफाइंड रूटीन्स इन अ कंपाइलर। बेटा ये जो एलोकेशन हो रही है और डी एलोकेशन हो रही है बेटा ऑलरेडी अपने कोल ਕੰਪਾਈਲਰ ਦੇ ਵਿੱਚ ਪ੍ਰੀ ਡਿਫਾਈਨ ਰੂਟੀਨਸ ਹੁੰਦੇ ਆ, ਉਹਦੇ ਅਕੋਰਡਿੰਗ ਐਲੋਕੇਸ਼ਨ ਔਰ ਡੀ ਐਲੋਕੇਸ਼ਨ ਹੁੰਦੀ ਹੈ। ਸੋ ਡੈਟਸ ਵਾਈ ਲਾਸਟ ਲਾਈਨ ਲਿਖੀ ਹੋਈ ਹੈ, ਪ੍ਰੋਗਰਾਮਰ ਡਜ਼ ਨਾਟ ਹੈਵ ਟੂ ਵਰੀ ਅਬਾਊਟ ਅ ਮੈਮਰੀ ਐਲੋਕੇਸ਼ਨ ਐਂਡ ਡੀ ਐਲੋਕੇਸ਼ਨ ਆਫ ਅ ਸਟੈਕ ਵੇਰੀਏਬਲ। ਸੋ ਪ੍ਰੋਗਰਾਮਰ ਨੂੰ ਵਰੀ ਕਰਨ ਦੀ ਲੋੜ ਨਹੀਂ ਹੈ ਕਿ ਕਦੋਂ ਵੇਰੀਏਬਲ ਨੂੰ ਮੈਮਰੀ ਐਲੋਕੇਟ ਕਰਨੀ ਹੈ ਜਾਂ ਕਦੋਂ ਡੀ ਐਲੋਕੇਟ ਕਰਨੀ ਹੈ। ਬੇਟਾ ਇਹ ਤੁਹਾਡਾ ਸਾਰਾ ਜਿਹੜਾ ਕੰਮ ਕੀ ਹੋਏਗਾ, ਕੰਪਾਈਲਰ ਕਰੇਗਾ। ਕੰਪਾਈਲਰ ਦੇ ਵਿੱਚ ਆਲਰੇਡੀ ਪ੍ਰੀ ਡਿਫਾਈਨਡ ਰੂਟੀਨਸ ਹੋਣਗੇ ਜਿਹੜੇ ਕਿ ਇਹ ਸਾਰਾ ਐਲੋਕੇਸ਼ਨ ਔਰ ਡੀ ਐਲੋਕੇਸ਼ਨ ਦਾ ਪ੍ਰੋਸੈਸ ਕੀ ਆ ਕਰਦੇ ਪਏ। ਕਲੀਅਰ ਬੇਟਾ?
ਹੁਣ ਇਹ ਜਿਹੜੀ ਚੀਜ਼ ਆਪਾਂ ਲਿਖੀ ਹੋਈ ਹੈ ਬੇਟਾ ਇਹ ਸਾਰੀ ਆਪਾਂ ਗ੍ਰਾਫਿਕਲੀ ਡਿਸਕਸ ਕਰਾਂਗੇ, ਠੀਕ ਹੈ। ਸੋ ਦਿਸ ਇਜ਼ ਤੁਸੀਂ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਬੇਟਾ ਜਦੋਂ ਵੀ ਆਪਾਂ ਕੋਈ ਵੀ ਪ੍ਰੋਗਰਾਮ ਰਨ ਕਰਦੇ ਹਾਂ, ਆਈ ਰਿਪੀਟ ਅਗੇਨ, ਜਦੋਂ ਪ੍ਰੋਗਰਾਮ ਬੇਟਾ ਰਨ ਕਰਦੇ ਹਾਂ ਬੇਟਾ ਉਹਨੂੰ ਮੈਮਰੀ ਐਲੋਕੇਟ ਹੋ ਜਾਂਦੀ ਹੈ, ਠੀਕ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਕੋਲ ਇੱਕ ਮੈਮਰੀ ਹੈ, ਇਸ ਤਰੀਕੇ ਨਾਲ ਬੇਟਾ ਮੈਮਰੀ ਐਲੋਕੇਟ ਹੋ ਜਾਂਦੀ ਹੈ। ਉਹਦੇ ਆਪਣੇ ਕੋਲ ਅਲੱਗ-ਅਲੱਗ ਪਾਰਟਸ ਹੁੰਦੇ ਆ। ਫਸਟ ਪਾਰਟ ਇਜ਼ ਹੀਪ, ਦੈਨ ਸੈਕੰਡ ਇਜ਼ ਸਟੈਕ, ਥਰਡ ਇਜ਼ ਸਟੈਕ ਵੇਰੀਏਬਲਸ, ਸੌਰੀ ਸਟੈਟਿਕ ਵੇਰੀਏਬਲਸ ਔਰ ਗਲੋਬਲ ਵੇਰੀਏਬਲਸ। ਇੱਥੇ ਗਲੋਬਲ ਵੇਰੀਏਬਲਸ ਬੇਟਾ ਨਾਲ ਹੋਣਾ ਹੈ, ਠੀਕ ਹੈ। ਦੈਨ ਲਾਸਟ ਇਜ਼ ਅ ਕੋਡ। ਇਹਨੂੰ ਮੈਂ ਆਪਾਂ ਚੇਂਜ ਕਰ ਦਿੰਦੇ ਆ, ਵੇਟ, static variables and global variables। ਕਲੀਅਰ ਬੇਟਾ। ਸੋ ਆਲਵੇਜ਼ ਕੀਪ ਇਨ ਮਾਈਂਡ ਜਦੋਂ ਵੀ ਆਪਾਂ ਪ੍ਰੋਗਰਾਮ ਬੇਟਾ ਰਨ ਕਰਾਂਗੇ ਉਸ ਨੂੰ ਆਪਾਂ ਨੂੰ ਇੱਕ ਪਰਟੀਕੂਲਰ ਮੈਮਰੀ ਕੀ ਹੈ ਐਲੋਕੇਟ ਹੋ ਜਾਏਗੀ, ਔਰ ਉਹ ਮੈਮਰੀ ਆਪਣੇ ਕੋਲ ਇਸ ਪਾਰਟ ਦੇ ਵਿੱਚ ਡਿਵਾਈਡ ਹੋਏਗੀ। ਬੇਟਾ ਪਹਿਲਾ ਪਾਰਟ ਕੀ ਹੋਏਗਾ, ਹੀਪ। ਹੀਪ ਬੇਟਾ ਮੈਮਰੀ ਉਦੋਂ ਯੂਜ਼ ਕਰਾਂਗੇ ਜਦੋਂ ਯੂਜ਼ ਫॉर ਅ ਡਾਇਨਾਮਿਕ ਐਲੋਕੇਸ਼ਨ ਆਫ ਮੈਮਰੀ। ਬੇਟਾ ਜਦੋਂ ਆਪਾਂ ਨੂੰ ਰਨ ਟਾਈਮ ਦੇ ਉੱਪਰ ਮੈਮਰੀ ਚਾਹੀਦੀ ਹੈ ਬੇਟਾ ਆਪਾਂ ਕਿੱਥੋਂ ਲਵਾਂਗੇ, ਉਹ ਆਪਾਂ ਹੀਪ ਪੋਰਸ਼ਨ ਤੋਂ ਲਵਾਂਗੇ। ਕਲੀਅਰ ਬੇਟਾ, ਯੈਸ ਔਰ ਨੋ। Yes, sir. ਸਿਮਿਲਰਲੀ ਨੈਕਸਟ ਆਪਣੇ ਕੋਲ ਕੀ ਹੈ, ਸਟੈਕ, ਵੇਰੀਏਬਲ ਆਫ ਫੰਕਸ਼ਨ ਔਰ ਡਾਟਾ ਆਫ ਫੰਕਸ਼ਨ ਸਟੋਰਡ ਇਨ ਅ ਸਟੈਕ। ਕਹਿੰਦਾ ਕਿ ਜਿਹੜੇ ਫੰਕਸ਼ਨ ਦੇ ਵਿੱਚ ਵੇਰੀਏਬਲਸ ਹੋਣਗੇ, ਕਿਉਂਕਿ ਚਾਹੇ ਮੇਨ ਫੰਕਸ਼ਨ ਹੈ ਚਾਹੇ ਸਬ ਫੰਕਸ਼ਨ ਹੈ, ਜਿਹੜੇ ਵੀ ਬੇਟਾ ਫੰਕਸ਼ਨ ਵਿੱਚ ਵੇਰੀਏਬਲਸ ਹੋਣਗੇ ਉਹਨਾਂ ਨੂੰ ਉਹ ਕਿੱਥੇ ਸਟੋਰ ਹੋਣਗੇ, ਆਪਣੇ ਕੋਲ ਸਟੈਕ ਦੇ ਵਿੱਚ ਸਟੋਰ ਹੋਣਗੇ। ਕਲੀਅਰ ਬੇਟਾ, Yes, sir. ਠੀਕ ਹੈ। Yes, ਮੰਨ ਲਓ ਆਪਾਂ sir. ਤੁਸੀਂ ਇੰਟੀਜਰ a ਇਜ਼ ਇਕੁਅਲ ਟੂ 10 ਲਿਖਿਆ ਜਾਂ ਇੰਟੀਜਰ a ਲਿਖਿਆ ਹੈ ਤੇ ਬੇਟਾ ਉਹ ਇਸ ਮੈਮਰੀ ਦੇ ਸਟੈਕ ਪੋਰਸ਼ਨ ਵਿੱਚ ਕੀ ਹੋਏਗਾ, ਸਟੋਰ ਹੋਏਗਾ। ਕਲੀਅਰ ਬੇਟਾ। Yes, sir. then ਆਪਣੇ ਕੋਲ if a program has a static or a global variable then this portion is allocated to those variable। ਬੇਟਾ ਅਗਰ ਪ੍ਰੋਗਰਾਮ ਦੇ ਵਿੱਚ ਆਪਾਂ ਸਟੈਟਿਕ ਵੇਰੀਏਬਲ ਜਾਂ ਗਲੋਬਲ ਵੇਰੀਏਬਲ ਯੂਜ਼ ਕਰਾਂਗੇ ਬੇਟਾ ਉਹਦੀ ਸਾਰੀ ਇਨਫੋਰਮੇਸ਼ਨ ਇਸ ਪੋਰਸ਼ਨ ਦੇ ਵਿੱਚ ਹੋਏਗੀ। ਕਲੀਅਰ ਬੇਟਾ, ਆਪਾਂ ਡਿਸਕਸ ਕਰ ਚੁੱਕੇ ਹਾਂ ਸਟੈਟਿਕ ਐਂਡ ਗਲੋਬਲ ਵੇਰੀਏਬਲ। ਬੇਟਾ ਕਲੀਅਰ ਸਾਰਿਆਂ ਨੂੰ? Yes, sir. ਠੀਕ ਹੈ। Yes, ਸੋ sir. ਬੇਟਾ ਕਹਿਣ ਦਾ ਭਾਵ ਹੈ ਕਿ ਅਗਰ ਆਪਾਂ ਇੱਕ ਪ੍ਰੋਗਰਾਮ ਲਿਖਿਆ ਹੋਇਆ ਹੈ ਉਹ ਸਾਰਾ ਦਾ ਸਾਰਾ ਬੇਟਾ ਇੱਕੋ ਜਗ੍ਹਾ ਦੇ ਉੱਪਰ ਮੈਮਰੀ ਵਿੱਚ ਸਟੋਰ ਨਹੀਂ ਹੁੰਦਾ। ਉਹਨੂੰ ਜਿਹੜੀ ਮੈਮਰੀ ਐਲੋਕੇਟ ਹੁੰਦੀ ਹੈ ਮੈਮਰੀ ਦੇ ਗਾਂ ਫਰਦਰ ਅਲੱਗ-ਅਲੱਗ ਪਾਰਟ ਦੇ ਵਿੱਚ ਡਾਟਾ ਕੀ ਹੁੰਦਾ ਆਪਣੇ ਕੋਲ ਸਟੋਰ ਹੁੰਦਾ ਹੈ। ਸੋ ਜਦੋਂ ਆਪਾਂ ਸਟੈਟਿਕ ਵੇਰੀਏਬਲ ਜਾਂ ਗਲੋਬਲ ਵੇਰੀਏਬਲ ਅਗਰ ਪ੍ਰੋਗਰਾਮ ਦੇ ਵਿੱਚ ਯੂਜ਼ ਕੀਤੇ ਗਏ ਆ ਤਾਂ ਬੇਟਾ ਉਹ ਇਸ ਪੋਰਸ਼ਨ ਦੇ ਵਿੱਚ ਕੀ ਹੋਣਗੇ, ਸਟੋਰ ਹੋਣਗੇ। ਨੈਕਸਟ ਆਪਣੇ ਕੋਲ ਕੋਡ, ਜਿਹੜੀਆਂ ਬੇਟਾ ਇੰਸਟਰਕਸ਼ਨਸ ਹੋਣਗੀਆਂ, ਠੀਕ ਹੈ, ਜਾਂ ਫੰਕਸ਼ਨ ਹੋਣਗੇ ਉਹ ਸਾਰੇ ਬੇਟਾ ਜਿਹੜੇ ਐਗਜ਼ੀਕਿਊਟੇਬਲ ਫੰਕਸ਼ਨਸ ਹੋਣ, ਸੌਰੀ ਇੰਸਟਰਕਸ਼ਨਸ ਹੋਣਗੀਆਂ ਜਾਂ ਜਿਹੜੇ ਫੰਕਸ਼ਨ ਹੋਣਗੇ ਬੇਟਾ ਉਹ ਜਿਹੜਾ ਕੋਡ ਸੈਕਸ਼ਨ ਹੋਏਗਾ ਇਹਦੇ ਵਿੱਚ ਆਪਾਂ ਉਹਨੂੰ ਕੀ ਕਰਾਂਗੇ, ਸਟੋਰ ਕਰਾਂਗੇ। ਕਲੀਅਰ ਬੇਟਾ। ਸੋ ਆਲਵੇਜ਼ ਕੀਪ ਇਨ ਮਾਈਂਡ ਜਦ ਤੁਸੀਂ ਸੀ ਦੇ ਵਿੱਚ ਪ੍ਰੋਗਰਾਮ ਲਿਖਿਆ ਹੋਇਆ ਹੈ ਜਦੋਂ ਬੇਟਾ ਤੁਸੀਂ ਰਨ ਕਰੋਗੇ ਬੇਟਾ ਉਹਨੂੰ ਇਦਾਂ ਦੀ ਮੈਮਰੀ ਮਿਲੇਗੀ। ਉਹਦੇ ਵਿੱਚ ਇਸ ਤਰ੍ਹਾਂ ਦੇ ਚਾਰ ਹਿੱਸੇ ਹੋਣਗੇ, ਹੀਪ, ਸਟੈਕ, ਸਟੈਟਿਕ ਵੇਰੀਏਬਲ ਐਜ਼ ਵੈਲ ਐਜ਼ ਅ ਗਲੋਬਲ ਵੇਰੀਏਬਲ ਐਂਡ ਅ ਕੋਡ ਸੈਕਸ਼ਨ। ਸੋ ਇਹਨਾਂ ਦੇ ਵਿੱਚ ਉਸ ਪ੍ਰੋਗਰਾਮ ਦੇ ਅਲੱਗ-ਅਲੱਗ ਜਿਹੜੇ ਡਾਟਾ ਹੈ ਅਲੱਗ-ਅਲੱਗ ਪੋਰਸ਼ਨ ਦੇ ਉੱਪਰ ਕੀ ਹੋਣਗੇ, ਸਟੋਰ ਹੋਣਗੇ। ਹੁਣੇ ਆਪਾਂ ਐਗਜ਼ਾਮਪਲ ਨਾਲ ਕਲੀਅਰ ਕਰਾਂਗੇ, ਠੀਕ ਹੈ। ਹੁਣ ਮੰਨ ਲਓ ਇਹ ਤੁਹਾਡੇ ਕੋਲ ਪ੍ਰੋਗਰਾਮ ਹੈ, ਤੁਸੀਂ ਲਿਖਿਆ ਹੋਇਆ ਹੈ void main int x is equal to 10 print percentage dx। ਬੇਟਾ ਇਹ ਪ੍ਰੋਗਰਾਮ ਕੀ ਆਊਟਪੁੱਟ ਦੇਗਾ ਆਪਾਂ ਨੂੰ, ਸ਼ਾਬਾਸ਼ ਹਰੀਆ ਬੇਟਾ, ਇਹ ਪ੍ਰੋਗਰਾਮ ਆਪਾਂ ਨੂੰ ਕੀ ਆਊਟਪੁੱਟ ਦੇਗਾ? ਹਾਂਜੀ ਸਟੂਡੈਂਟਸ, ਬੇਟਾ ਕੀ ਆਊਟਪੁੱਟ ਦੇਗਾ ਆਪਾਂ ਨੂੰ ਇਹ ਪ੍ਰੋਗਰਾਮ? ਮੇਰੀ ਆਵਾਜ਼ X is equal to 10. ਹਾਂਜੀ, X is equal to 10. x is equal to 10। ਹਾਂਜੀ ਹੋਰ ਕੋਈ ਬੇਟਾ, ਐਨੀਬਡੀ? ਬੇਟਾ ਮੈਨੂੰ ਤੁਹਾਡਾ ਰਿਸਪੌਂਸ ਚਾਹੀਦਾ ਹੈ, ਸੁਸਤੀ ਪਾ ਕੇ ਨਾ ਬੈਠੋ ਬੇਟਾ। ਅਗਰ ਤੁਹਾਨੂੰ ਆਹੀ ਚੀਜ਼ ਪ੍ਰੋਗਰਾਮ ਦੀ ਕਲੀਅਰ ਨਹੀਂ ਹੈ ਤੇ ਦਿਨ ਤੁਸੀਂ ਪ੍ਰੋਗਰਾਮ ਕਿਸ ਤਰੀਕੇ ਨਾਲ ਲਿਖੋਗੇ? ਹਾਂਜੀ ਜੋਤੀ, ਪਲਕ, ਯੁਕਤਾ, ਪ੍ਰੀਤੀ, ਬੇਟਾ ਦੱਸੋ ਨਾ ਕੀ ਮਤਲਬ ਇਹਦਾ। ਬੇਟਾ ਪਹਿਲਾਂ ਆਪਣੀ ਜਰਾ ਵੀਡੀਓ ਔਨ ਕਰੋ, ਜਰਾ ਸਾਰੇ ਵੀਡੀਓ ਔਨ ਕਰੋ ਆਪਣੀ। ਬੇਟਾ ਵੀਡੀਓ ਔਨ ਕਰੋ ਜਰਾ। ਬੇਟਾ ਅਗਰ ਮੈਂ ਤੁਹਾਨੂੰ ਕੁਝ ਪੁੱਛਦਾ ਹਾਂ ਤੇ ਤੁਸੀਂ ਉਹਦਾ ਜਵਾਬ ਕਿਉਂ ਨਹੀਂ ਦਿੰਦੇ, ਕਿਉਂ ਨਹੀਂ ਜਵਾਬ ਦਿੰਦੇ? ਤੁਹਾਡਾ ਕਲਾਸ ਲਗਾਉਣ ਦਾ ਮਨ ਹੈ ਕਿ ਨਹੀਂ ਹੈ? ਅਗਰ ਨਹੀਂ ਮਨ ਹੈ ਤਾਂ ਆਪਾਂ ਕਲਾਸ ਆਫ ਕਰ ਦਿੰਦੇ ਹਾਂ। ਹਾਂਜੀ ਸਟੂਡੈਂਟਸ, ਸਰ ਇੱਕ ਵਾਰੀ ਰਿਪੀਟ ਕਰਿਓ, ਆਵਾਜ਼ ਵਿੱਚ ਡਿਸਕਨੈਕਟ ਹੋ ਰਹੀ ਸੀ।
ਮੈਂ ਬੇਟਾ ਇਹ ਪੁੱਛ ਰਿਹਾ ਹਾਂ ਕਿ ਜੋ ਵੀ ਤੁਹਾਨੂੰ ਮੈਂ ਪੁੱਛ ਰਿਹਾ ਹਾਂ ਕੁਐਸਚਨ, ਤੁਸੀਂ ਉਹਦਾ ਰਿਸਪੌਂਸ ਕਿਉਂ ਨਹੀਂ ਦਿੰਦੇ? ਅਗਰ ਤੁਹਾਡਾ ਅੱਜ ਕਲਾਸ ਲਗਾਉਣ ਦਾ ਇਰਾਦਾ ਨਹੀਂ ਹੈ, ਨੋ ਡਾਊਟ ਸੈਟਰਡੇ ਹੈ, ਅਗਰ ਤੁਹਾਡਾ ਕਲਾਸ ਲਾਉਣ ਦਾ ਇਰਾਦਾ ਨਹੀਂ ਹੈ ਤਾਂ ਆਪਾਂ ਕਲਾਸ ਆਫ ਕਰ ਦਿੰਦੇ ਹਾਂ। ਹਾਂਜੀ ਦੱਸੋ। ਬੇਟਾ ਜਵਾਬ ਦਿਆ ਕਰੋ। ਸੋ ਧਿਆਨ ਦੇ ਨਾਲ ਦੇਖੋ ਕੀ ਕਹਿ ਰਹੇ ਹਾਂ ਆਪਾਂ। ਇਨ ਦਿਸ ਕੇਸ ਬੇਟਾ ਧਿਆਨ ਦੇ ਨਾਲ ਦੇਖੋ, ਅਗਰ ਆਪਣੇ ਕੋਲ ਮੇਨ ਫੰਕਸ਼ਨ ਹੈ, ਫਸਟ ਆਫ ਆਲ ਬੇਟਾ ਆਪਾਂ ਵੇਰੀਏਬਲ ਡਿਕਲੇਅਰ ਕੀਤਾ ਹੈ ਇੰਟੀਜਰ ਟਾਈਪ ਦਾ, ਠੀਕ ਹੈ, ਉਹਦੀ ਵੈਲਿਊ ਆਪਾਂ 10 ਇਨੀਸ਼ੀਅਲਾਈਜ਼ ਕੀਤੀ ਹੈ। ਨੈਕਸਟ ਸਟੇਟਮੈਂਟ ਕੀ ਕਹਿ ਰਹੀ ਹੈ? ਪ੍ਰਿੰਟਫ ਕੀ ਕਹਿ ਰਿਹਾ? x ਦੀ ਵੈਲਿਊ ਨੂੰ ਕੀ ਕਰਾਏਗਾ? ਪ੍ਰਿੰਟ ਕਰਾਏਗਾ। ਯੈਸ অর ਨੋ? Yes, sir. ਠੀਕ ਹੈ। ਸੋ ਬੇਟਾ ਹੁਣ ਇਹਦਾ ਇਹੀ ਜਿਹੜਾ ਪ੍ਰੋਗਰਾਮ ਹੈ, ਇਹਦੇ ਵਿੱਚ ਆਪਾਂ ਦੇਖਣਾ ਕਿ ਮੈਮਰੀ ਬੇਟਾ ਕਿੱਦਾਂ ਐਲੋਕੇਟ ਹੁੰਦੀ ਹੈ। ਸੋ ਉਹ ਚੀਜ਼ ਆਪਾਂ ਦੇਖਣੀ ਹੈ। ਇਨ ਦਿਸ ਕੇਸ ਦੇਖੋ ਕਿ ਜਿਹੜਾ ਆਪਣੇ ਕੋਲ ਇਹ ਵਾਲਾ ਪਾਰਟ ਹੋਏਗਾ, ਧਿਆਨ ਨਾਲ ਦੇਖੋ, ਜਿਹੜਾ ਆਪਣੇ ਕੋਲ ਇਹ ਪੂਰਾ ਫੰਕਸ਼ਨ ਹੈ, ਮੇਨ ਫੰਕਸ਼ਨ ਹੈ ਬੇਟਾ, ਇਹ ਆਪਣੇ ਕੋਲ ਕਿੱਥੇ ਜਾਏਗਾ? ਲੋਡ ਹੋ ਜਾਏਗਾ ਕੋਡ ਸੈਕਸ਼ਨ ਦੇ ਉੱਪਰ। ਕਲੀਅਰ ਬੇਟਾ? ਯੈਸ অর ਨੋ? Yes, sir. ਠੀਕ ਹੈ। ਇਹਦੇ ਵਿੱਚ ਯਾਦ ਰੱਖਣਾ ਕਿ ਜਿਹੜੇ ਫੰਕਸ਼ਨ ਦੇ ਵਿੱਚ ਵੇਰੀਏਬਲਸ ਹੋਣਗੇ ਬੇਟਾ, ਉਹ ਕੋਡ ਸੈਕਸ਼ਨ ਦੇ ਵਿੱਚ ਨਹੀਂ ਜਾਣਗੇ। ਜਿਹੜੇ ਐਗਜ਼ੀਕਿਊਟੇਬਲ ਸਟੇਟਮੈਂਟਸ ਹੋਣਗੀਆਂ ਬੇਟਾ, ਉਹੀ ਆਪਣੇ ਕੋਲ ਕੋਡ ਸੈਕਸ਼ਨ ਦੇ ਵਿੱਚ ਜਾਣਗੀਆਂ। ਤੁਸੀਂ ਦੇਖ ਸਕਦੇ ਹੋ ਕਿ ਇੰਟੀਜਰ x 10 ਆਪਾਂ ਇਹ ਕੋਡ ਸੈਕਸ਼ਨ ਦੇ ਵਿੱਚ ਨਹੀਂ ਪਾਇਆ। ਕਲੀਅਰ ਬੇਟਾ? Yes, sir. ਸਮਝ ਗਏ ਬੇਟਾ ਸਾਰਿਆਂ ਨੂੰ? Yes, sir. ਠੀਕ ਹੈ। ਉਸ ਤੋਂ ਬਾਅਦ ਬੇਟਾ ਦੇਖੋ x 10 ਹੈ, ਜਿਹੜਾ ਮੇਰੇ ਕੋਲ ਇਹ ਵੇਰੀਏਬਲ ਹੈ, ਆਪਾਂ ਉਹਨੇ ਡਿਸਕਸ ਕੀਤਾ ਸੀ। ਅਗਰ ਧਿਆਨ ਨਾਲ ਦੇਖੋ, ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਵੇਰੀਏਬਲਸ ਆਫ ਫੰਕਸ਼ਨ ਔਰ ਡਾਟਾ ਆਫ ਫੰਕਸ਼ਨ ਸਟੋਰਡ ਇਨ ਅ ਸਟੈਕ। ਸੋ ਇਹਦਾ ਮਤਲਬ ਕੀ ਹੋਏਗਾ? ਜਿਹੜਾ ਕਹਿੰਦਾ ਕਿ ਆਪਣੇ ਕੋਲ ਫੰਕਸ਼ਨ ਦੇ ਵਿੱਚ ਵੇਰੀਏਬਲਸ ਹੋਣਗੇ ਜਾਂ ਡਾਟਾ ਹੋਏਗਾ ਬੇਟਾ, ਉਹ ਕਿੱਥੇ ਸਟੋਰ ਹੋਏਗਾ? Sir, stack ਦੇ ਵਿੱਚ। ਸਟੈਕ ਕਿੱਥੇ? ਆਪਣੇ ਕੋਲ ਇੱਥੇ। ਠੀਕ ਹੈ। ਸੋ ਵੇਰੀਏਬਲ ਕਿਹੜਾ ਮੇਰੇ ਕੋਲ? x 10 ਬੇਟਾ, ਉਹ ਸਟੈਕ ਦੇ ਵਿੱਚ ਇਸ ਤਰੀਕੇ ਨਾਲ ਸਟੋਰ ਹੋ ਜਾਏਗਾ। ਕਲੀਅਰ ਬੇਟਾ? ਯੈਸ অর ਨੋ? Yes, sir. ਠੀਕ ਹੈ। ਸੋ ਆਪਾਂ ਇਹੀ ਦੇਖ ਰਹੇ ਹਾਂ ਕਿ ਕਿੱਦਾਂ ਮੈਮਰੀ ਮੈਨੇਜ ਹੋ ਰਹੀ ਹੈ ਵਿਦ ਹੈਲਪ ਆਫ ਆ ਸਟੈਕ। ਤੁਸੀਂ ਦੇਖ ਸਕਦੇ ਹੋ ਕਿ ਵਿਦ ਹੈਲਪ ਆਫ ਆ ਸਟੈਕ ਮੈਮਰੀ ਜਿਹੜੀ ਹੈ ਉਹ x ਵੇਰੀਏਬਲ ਨੂੰ ਐਲੋਕੇਟ ਹੋ ਗਈ। ਬੇਟਾ ਜਿਹੜੀ ਮੈਂ ਇਹ ਚੀਜ਼ ਡਿਸਕਸ ਕਰ ਰਿਹਾ ਹਾਂ, ਤੁਹਾਨੂੰ ਇਹ ਬੁੱਕ ਦੇ ਵਿੱਚ ਨਹੀਂ ਮਿਲੇਗੀ। ਸੋ ਇਹ ਇੰਟਰਨਲੀ ਹੈ ਫॉर ਯੂਅਰ ਕਾਈਂਡ ਨੌਲੇਜ। ਤੁਹਾਡੀ ਨੌਲੇਜ ਵਿੱਚ ਮੈਂ ਵਾਧਾ ਕਰ ਰਿਹਾ ਹਾਂ ਕਿ ਇਹ ਇੱਕ ਪ੍ਰੋਗਰਾਮ ਹੈ ਤੇ ਉਹਦੇ ਵਿੱਚ ਜਿਹੜੇ ਵੇਰੀਏਬਲ ਯੂਜ਼ ਹੁੰਦੇ ਉਹਨੂੰ ਮੈਮਰੀ ਕਿੱਥੇ ਕਿੱਥੇ ਮਿਲਦੀ ਹੈ। ਠੀਕ ਹੈ। ਸੋ ਬੇਟਾ ਇਹਨੂੰ ਧਿਆਨ ਨਾਲ ਸਮਝਣਾ ਹੈ। ਬੇਟਾ ਇਹ ਪਾਰਟ ਕਲੀਅਰ ਹੋ ਗਿਆ ਸਾਰਿਆਂ ਨੂੰ? Yes, sir. ਓਕੇ। ਸੋ ਆਪਾਂ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ ਬੇਟਾ। ਜਿਹੜੀ ਇਹ ਚੀਜ਼ ਹੋਏਗੀ ਉਹਨੂੰ ਆਪਾਂ ਐਕਟੀਵੇਸ਼ਨ ਰਿਕਾਰਡ ਕਵਾਂਗੇ। ਜਿਹੜਾ ਕਰੰਟ ਫੰਕਸ਼ਨ ਆਪਣੇ ਕੋਲ ਬੇਟਾ ਰਨ ਹੋ ਰਿਹਾ ਹੈ, ਉਹਦੇ ਵੇਰੀਏਬਲ ਨੂੰ ਜਿਹੜਾ ਆਪਣੇ ਕੋਲ ਸਟੈਕ ਐਲੋਕੇਟ ਹੋਏਗਾ, ਜੇ ਉਹ ਜਿਹੜਾ ਵੇਰੀਏਬਲ ਨੂੰ ਮੈਮਰੀ ਐਲੋਕੇਟ ਹੋਏਗੀ, ਸਟੈਕ ਐਲੋਕੇਟ ਹੋਏਗਾ, ਉਹਨੂੰ ਆਪਾਂ ਕਵਾਂਗੇ ਐਕਟੀਵੇਸ਼ਨ ਰਿਕਾਰਡ। ਕਲੀਅਰ ਬੇਟਾ? Yes, sir. ਠੀਕ ਹੈ। ਹੁਣ ਬੇਟਾ ਆਪਾਂ ਐਗਜ਼ਾਮਪਲ ਲੈਂਦੇ ਆ। ਹੁਣ ਦੇਖੋ ਇਹਦੇ ਵਿੱਚ ਆਪਣੇ ਕੋਲ ਦੋ ਫੰਕਸ਼ਨ ਹੈ। ਇੱਕ ਆਪਣੇ ਕੋਲ ਮੇਨ ਫੰਕਸ਼ਨ ਹੈ void main, ਦਿਸ ਵਨ, ਇਹ ਆਪਣੇ ਕੋਲ ਮੇਨ ਫੰਕਸ਼ਨ ਹੈ, ਔਰ ਇਹ ਆਪਣੇ ਕੋਲ ਸਿੰਪਲ ਜਿਹੜਾ ਹੈ ਸਬ ਫੰਕਸ਼ਨਸ ਹੈ। ਕਲੀਅਰ ਬੇਟਾ? ਯੈਸ অর ਨੋ? Yes, sir. ਹੁਣ ਸ਼ਾਬਾਸ਼, ਮੈਨੂੰ ਦੱਸੋ ਕਿ ਇਹਨਾਂ ਦੇ ਵਿੱਚੋਂ ਕੋਡ ਸੈਕਸ਼ਨ ਦੇ ਵਿੱਚ ਕਿਹੜਾ ਕਿਹੜਾ ਪਾਰਟ ਜਾਏਗਾ? ਜਦੋਂ ਬੇਟਾ ਇਹਨੂੰ ਆਪਾਂ ਰਨ ਕਰਾਂਗੇ, ਆਪਾਂ ਨੂੰ ਮੈਮਰੀ ਐਲੋਕੇਟ ਹੋਏਗੀ, ਔਰ ਉਸ ਮੈਮਰੀ ਦੇ ਕਿਹੜੇ ਕੋਡ ਸੈਕਸ਼ਨ ਵਿੱਚ ਕਿਹੜਾ ਪਾਰਟ ਜਾਏਗਾ? Sir, void ਤੇ print %DA ਕੋਡ ਦੇ ਵਿੱਚ ਐਲੋਕੇਟ ਹੋਏਗੀ। ਓਕੇ। ਸੋ ਜਿਹੜੀ ਐਗਜ਼ੀਕਿਊਟੇਬਲ ਬੇਟਾ ਸਟੇਟਮੈਂਟ ਹੋਏਗੀ ਉਹ ਆਪਣੇ ਕੋਡ ਸੈਕਸ਼ਨ ਦੇ ਵਿੱਚ ਜਾਏਗੀ। ਦੇਖੋ ਮੇਨ ਸੈਕਸ਼ਨ ਦੇ ਵਿੱਚ ਪਹਿਲਾਂ void main ਦੀ ਗੱਲ ਕਰੀਏ, ਦੈਟ ਮੀਨਸ ਇਹਨੂੰ ਆਪਾਂ ਲੋਡ ਕਹਿੰਦੇ ਹਾਂ। ਜਦੋਂ ਪ੍ਰੋਗਰਾਮ ਰਨ ਹੋਏਗਾ ਇਹ ਡਾਟਾ ਮੈਮਰੀ ਵਿੱਚ ਲੋਡ ਹੋ ਜਾਏਗਾ, ਦੈਟ ਇਜ਼ ਨੋਨ ਐਜ਼ ਅ ਲੋਡ। ਤੁਸੀਂ ਦੇਖ ਸਕਦੇ ਮੇਨ ਫੰਕਸ਼ਨ ਦੇ ਵਿੱਚ ਇਹ ਵੇਰੀਏਬਲਸ, ਆਪਾਂ ਨੂੰ ਪਤਾ ਕਿ ਵੇਰੀਏਬਲ ਨੂੰ ਸਟੈਕ ਐਲੋਕੇਟ ਹੋਏਗਾ, ਕੋਡ ਸੈਕਸ਼ਨ ਦੇ ਵਿੱਚ ਨਹੀਂ ਜਾਏਗਾ। ਬਟ ਜਿਹੜਾ x++ ਹੈ ਐਗਜ਼ੀਕਿਊਟੇਬਲ ਸਟੇਟਮੈਂਟ ਆ, ਦੈਟ ਮੀਨਸ ਕੀ ਹੈ, ਇਹ ਸਟੇਟਮੈਂਟ ਐਗਜ਼ੀਕਿਊਟ ਹੋਏਗੀ, ਜੋ 10 ਦੀ ਵੈਲਿਊ ਹੋਏਗੀ ਉਹਦੇ 1 ਕੀ ਕਰ ਦੇਗਾ? ਐਡ ਕਰ ਦੇਗਾ। ਸੋ ਦੈਟਸ ਵਾਈ ਬੇਟਾ ਇਹ ਵੀ ਕੋਡ ਸੈਕਸ਼ਨ ਦੇ ਵਿੱਚ ਜਾਏਗੀ। ਕਲੀਅਰ ਬੇਟਾ? Yes, sir. ਠੀਕ ਹੈ। ਸਿਮਿਲਰਲੀ ਜਿਹੜਾ ਇਹ ax ਹੈ, ਇਹ ਫੰਕਸ਼ਨ ਨੂੰ ਕਾਲ ਕਰ ਰਿਹਾ ਹੈ, ਦੈਟ ਮੀਨਸ ਇਹ ਵੀ ਐਗਜ਼ੀਕਿਊਟੇਬਲ ਸਟੇਟਮੈਂਟ ਹੈ, ਦੈਟ ਵਾਈ ਇਹ ਵੀ ਆਪਣੇ ਕੋਲ ਕੋਡ ਸੈਕਸ਼ਨ ਦੇ ਵਿੱਚ ਜਾਏਗੀ। ਕਲੀਅਰ ਬੇਟਾ? Yes, sir. ਸਿਮਿਲਰਲੀ ਦੂਸਰਾ ਆਪਣੇ ਕੋਲ ਫੰਕਸ਼ਨ ਹੈ ਬੇਟਾ, ਉਹ ਵੀ ਸਾਰਾ ਦਾ ਸਾਰਾ ਆਪਣੇ ਕੋਲ ਕਿੱਥੇ ਜਾਏਗਾ? ਮੇਨ ਫੰਕਸ਼ਨ ਦੇ ਵਿੱਚ ਜਾਏਗਾ। ਕਲੀਅਰ ਬੇਟਾ? ਸੌਰੀ, ਕੋਡ ਸੈਕਸ਼ਨ ਦੇ ਵਿੱਚ ਜਾਏਗਾ। ਕਲੀਅਰ ਹੋ ਗਿਆ ਬੇਟਾ ਸਾਰਿਆਂ ਨੂੰ? Yes, sir. ਸੋ ਲੈਟਸ ਸੀ ਹੁਣ ਦੇਖੋ ਕਿੱਦਾਂ ਕੰਮ ਕਰੇਗਾ ਬੇਟਾ। ਪਹਿਲਾਂ ਆਪਣੇ ਕੋਲ ਹਮੇਸ਼ਾ ਆਲਵੇਸ ਕੀਪ ਇਨ ਮਾਈਂਡ, ਜਦੋਂ ਵੀ ਸਟਾਰਟ ਹੋਣਾ ਹਮੇਸ਼ਾ ਮੇਨ ਫੰਕਸ਼ਨ ਤੋਂ ਸਟਾਰਟ ਹੁੰਦਾ। ਠੀਕ ਹੈ। ਸੋ ਮੇਨ ਫੰਕਸ਼ਨ ਦੀ ਬੇਟਾ ਪਹਿਲੀ ਸਟੇਟਮੈਂਟ ਕਿਹੜੀ ਆ? ਸ਼ਾਬਾਸ਼ ਬੇਟਾ, ਕਿੰਨੀ ਆ ਆਪਣੇ ਕੋਲ? ਇੰਟੀਜਰ x 10। ਕਲੀਅਰ ਬੇਟਾ? Yes, sir. ਬੇਟਾ ਇਹਨੂੰ ਕਿੱਥੋਂ ਮੈਮਰੀ ਕਿੱਥੇ ਐਲੋਕੇਟ ਹੋਏਗੀ? ਹਾਂਜੀ ਬੇਟਾ, ਕਿੱਥੇ ਮੈਮਰੀ ਐਲੋਕੇਟ ਹੋਏਗੀ ਇਹਦੀ? Sir, stack ਦੇ ਵਿੱਚ। ਸਟੈਕ ਦੇ ਵਿੱਚ।
ਦੈਟ ਮੀਨਸ ਕੀ ਹੋ ਗਿਆ x ਇਜ਼ ਇਕੁਅਲ ਟੂ 10 ਦੈਟ ਮੀਨਸ ਕੀ ਹੋ ਗਿਆ ਮੈਮਰੀ ਵਿੱਚ ਇੱਥੇ ਜਾ ਕੇ ਆਪਣੇ ਕੋਲ ਡਾਟਾ ਕੀ ਹੋ ਗਿਆ ਸਟੋਰ ਹੋ ਗਿਆ ਉਸ ਮੈਮਰੀ ਦਾ ਨਾਮ ਕੀ ਹੋ ਗਿਆ x ਔਰ ਉੱਥੇ ਡਾਟਾ ਕਿੰਨਾ ਆਪਣੇ ਕੋਲ 10 ਸਟੋਰ ਹੈ ਕਲੀਅਰ ਬੇਟਾ Yes, sir. Yes. ਉਸ ਤੋਂ ਬਾਅਦ ਬੇਟਾ ਨੈਕਸਟ ਸਟੇਟਮੈਂਟ ਹੈ ਕੀ ਆਪਣੇ ਕੋਲ x++ ਹੈ ਬੇਟਾ ਇਹਦਾ ਕੀ ਮਤਲਬ ਹੋਏਗਾ Sir, ਸਰ ਜਿਹੜੀ x ਦੀ ਵੈਲਿਊ ਹੈ ਉਹਦੇ ਵਿੱਚ ਇੱਕ ਇਨਕਰੀਮੈਂਟ ਹੁੰਦਾ ਰਹੇਗਾ। ਹਾਂ ਤਾਂ ਕਿਹੜਾ ਕਿੰਨੀ ਵੈਲਿਊ ਆ ਜਾਏਗੀ ਆਪਣੇ ਕੋਲ 11. 11 ਸੋ ਦੇਖੋ ਧਿਆਨ 11 ਨਾਲ ਸਟੈਕ ਦੇ ਵਿੱਚ ਬੇਟਾ ਇਸੇ ਪੋਰਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਵੀਂ ਮੈਮਰੀ ਐਲੋਕੇਟ ਨਹੀਂ ਹੈ ਕਿਉਂਕਿ x ਨੂੰ ਆਪਾਂ ਨੂੰ ਮੈਮਰੀ ਐਲੋਕੇਟ ਹੋ ਚੁੱਕੀ ਹੈ ਆਪਾਂ ਨੂੰ ਪਤਾ ਹੈ ਕਿ ਪ੍ਰੋਗਰਾਮ ਦੇ ਵਿੱਚ ਵੇਰੀਏਬਲ ਨੇਮ ਕਦੀ ਵੀ ਡੁਪਲੀਕੇਟ ਨਹੀਂ ਹੁੰਦਾ ਯੂਨੀਕ ਹੁੰਦਾ ਹੈ ਨੋ ਜਦੋਂ ਬੇਟਾ ਇਹ ਸਟੇਟਮੈਂਟ ਐਗਜ਼ੀਕਿਊਟ ਹੋਏਗੀ x ਦੀ ਵੈਲਿਊ ਕੀ ਹੋ ਜਾਏਗੀ ਅਪਡੇਟ ਹੋ ਜਾਏਗੀ ਮੈਮਰੀ ਬੇਟਾ ਉਹਨੂੰ ਉਹੀ ਰਹੇਗੀ ਕਲੀਅਰ ਬੇਟਾ Yes, sir. ਬੇਟਾ Yes, ਸਮਝ ਗਏ ਸਾਰਿਆਂ ਨੂੰ Yes, sir. Yes, sir. ਸੋ ਬੇਟਾ ਇੰਟਰਨਲੀ ਇਸ ਤਰੀਕੇ ਨਾਲ ਕੰਮ ਕਰਦਾ ਹੈ ਨੈਕਸਟ ਮੇਰੇ ਕੋਲ ਕੀ ਆ ax ਇਹਦਾ ਮਤਲਬ ਕੀ ਆ ਕਿ ਇਹ ਫੰਕਸ਼ਨ ਕਾਲ ਹੈ ਦੈਟ ਮੀਨਸ ਇੱਥੇ ਆਪਾਂ ਫੰਕਸ਼ਨ ਨੂੰ ਕਾਲ ਕਰ ਰਹੇ ਹਾਂ ਕਲੀਅਰ ਬੇਟਾ Yes, sir. Yes, ਸੋ sir. ਫੰਕਸ਼ਨ ਦਾ ਨੇਮ ਕੀ ਹੈ ਮੇਰੇ ਕੋਲ ਬੇਟਾ ਫੰਕਸ਼ਨ ਦਾ ਨੇਮ ਕੀ ਹੈ ਮੇਰੇ ਕੋਲ ਸਰ void ਹੈ। no this one beta this one ਆ ਦੇ that is function name is a clear beta Yes, sir. और x ਦੀ Yes, ਬੇਟਾ sir. x ਦੀ ਵੈਲਿਊ ਕਿੰਨੀ ਹੋਏਗੀ ਸਰ 11 ਹਾਂ ਦੇਖੋ ਮੈਮਰੀ ਵਿੱਚ ਕਿੰਨਾ ਪਿਆ ਹੋਇਆ 11 ਪਿਆ ਹੋਇਆ ਬੇਟਾ ਡੈਟ ਮੀਨਸ ਕੀ ਹੋਏਗਾ ਇਹ ਕਾਲ ਕਿੱਥੇ ਜਾਏਗੀ ਜਿੱਥੇ ਫੰਕਸ਼ਨ ਇਹ ਜਿਹੜੀ ਬੇਟਾ ਫੰਕਸ਼ਨ ਦੇ ਪਿੱਛੇ ਦਾ ਸੈਮੀ ਕੋਲਨ ਲੱਗ ਜਾਏਗਾ ਉਹਨੂੰ ਫੰਕਸ਼ਨ ਕਾਲ ਕਹਿੰਦੇ ਆ ਕਲੀਅਰ ਬੇਟਾ Yes, ਯੈਸ sir. ਔਰ ਨੋ ਇਹ Yes, ਫੰਕਸ਼ਨ yes, ਕਾਲ sir. ਕਿੱਥੇ ਜਾਏਗੀ ਆਪਣੇ ਕੋਲ ਜਿੱਥੇ ਫੰਕਸ਼ਨ ਡਿਫਾਈਨ ਕੀਤਾ ਗਿਆ ਹੈ ਫੰਕਸ਼ਨ ਕਿੱਥੇ ਡਿਫਾਈਨ ਕੀਤਾ ਇੱਥੇ ਦੈਟ ਮੀਨਸ ਕੀ ਹੋਏਗਾ ਇੱਥੇ a ਆ ਇੱਥੇ a ਆ ਇਟਸ ਓਕੇ ਇਹਦੇ ਵਿੱਚ ਵੀ ਇੱਕੋ ਆਰਗੂਮੈਂਟ ਹੈ ਔਰ ਇਹਦੇ ਵਿੱਚ ਵੀ ਇੱਕੋ ਆਰਗੂਮੈਂਟ ਹੈ ਔਰ ਇਹਦੀ ਟਾਈਪ ਇੰਟੀਜਰ ਹੈ ਔਰ ਇਹਦੀ ਟਾਈਪ ਇੰਟੀਜਰ ਦੈਟ ਮੀਨਸ ਆਪਾਂ ਇਹ ਫੰਕਸ਼ਨ ਨੂੰ ਕੀ ਕਰ ਰਹੇ ਹਾਂ ਕਾਲ ਕਰ ਰਹੇ ਹਾਂ ਕਲੀਅਰ ਬੇਟਾ yes ਯੈਸ ਔਰ ਨੋ yes sir ਬੇਟਾ ਜਦੋਂ ਇਹ ਫੰਕਸ਼ਨ sir. ਇਨੀਸ਼ੀਅਲਾਈਜ਼ ਹੋਏਗਾ ਜਦੋਂ ਇਹ ਫੰਕਸ਼ਨ ਕਾਲ ਹੋਏਗਾ ਠੀਕ ਹੈ ਨਾਲ ਦੀ ਨਾਲ ਇਹਦੇ ਜਿਹੜਾ ਵੇਰੀਏਬਲ ਹੋਏਗਾ ਹੁਣ ਇਹਦੇ ਵਿੱਚ ਬੇਟਾ ਵੇਰੀਏਬਲ ਕਿਹੜਾ ਯੂਜ਼ ਕਰ ਰਹੇ ਹਾਂ ਆਪਾਂ ਇੰਟੀਜਰ a ਯੈਸ ਔਰ ਨੋ Yes. yes sir ਠੀਕ ਹੈ yes sir ਦੈਟ ਮੀਨ ਜਦੋਂ ਇਹ ਫੰਕਸ਼ਨ ਕਾਲ ਹੋਏਗਾ ਉਹਨੂੰ ਮੈਮਰੀ ਕੀ ਹੋ ਜਾਏਗੀ ਐਲੋਕੇਟ ਹੋ ਜਾਏਗੀ ਕਲੀਅਰ ਬੇਟਾ Yes, sir. ਵੇਟ ਇਹਦੇ ਵਿੱਚ ਵੇਰੀਏਬਲ ਕਿਹੜਾ Yes, ਯੂਜ਼ ਕਰ ਰਹੇ ਹਾਂ sir. ਆਪਾਂ ਹਾਂਜੀ ਬੇਟਾ ਇਹਦੇ ਵਿੱਚ ਵੇਰੀਏਬਲ ਕਿਹੜਾ ਯੂਜ਼ ਕਰ ਰਹੇ ਹਾਂ ਆਪਾਂ Sir, ਤੁਹਾਡੀ ਆਵਾਜ਼ ਨਹੀਂ ਆ ਰਹੀ। Sir. ਹਾਂਜੀ ਬੇਟਾ ਹੁਣ ਆਵਾਜ਼ ਆ ਰਹੀ ਹੈ ਹਾਂਜੀ sir. ਓਕੇ ਬੇਟਾ ਦੇਖੋ ਹੁਣ ਆਪਾਂ ਇਹਦੇ ਵਿੱਚ ਜਿਹੜਾ ਇਹ ਫੰਕਸ਼ਨ ਹੈਗਾ ਹੈ ਇਹਦੇ ਵਿੱਚ ਵੇਰੀਏਬਲ ਕਿਹੜਾ ਯੂਜ਼ ਕਰ ਰਹੇ ਹਾਂ a ਕਲੀਅਰ ਬੇਟਾ Yes, sir. sir ਸੋ ਦੈਟਸ ਵਾਈ yes sir ਇਹਨੂੰ ਮੈਮਰੀ ਇਹਨੂੰ ਕੀ ਹੋਗੀ ਮੈਮਰੀ ਐਲੋਕੇਟ ਹੋਗੀ ਉਹਦੀ ਵੈਲਿਊ ਕਿੰਨੀ ਆਪਣੇ ਕੋਲ 11 ਕਲੀਅਰ ਬੇਟਾ 11 ਕਲੀਅਰ Sir. ਯੈਸ অর ਨੋ sir yes sir ਬੇਟਾ ਧਿਆਨ ਦੇ ਨਾਲ ਦੇਖੋ Yes, sir. ਮੈਂ ਤੁਹਾਨੂੰ ਇੱਥੇ ਦਿਸ ਵਨ ਇੱਕ ਮਿੰਟ ਬੇਟਾ ਇਹਦੇ ਵਿੱਚ ਦੇਖੋ ਧਿਆਨ ਦੇ ਨਾਲ ਇਹੀ ਚੀਜ਼ ਲਿਖੀ ਹੋਈ ਆ ਠੀਕ ਹੈ ਦੇਖੋ ਵੈਨ ਐਵਰ ਆ ਦੇਖੋ ਵੈਨ ਐਵਰ ਅ ਫੰਕਸ਼ਨ ਇਜ਼ ਕਾਲਡ ਇਟਸ ਵੇਰੀਏਬਲ ਗੈਟਸ ਮੈਮਰੀ ਐਲੋਕੇਟਿਡ ਟੂ ਦਾ ਸਟੈਕ ਬੇਟਾ ਕਲੀਅਰ ਜਦੋਂ ਕਹਿੰਦਾ ਫੰਕਸ਼ਨ ਕਾਲ ਹੋਏਗਾ ਉਦੋਂ ਉਹਨੂੰ ਉਹਦੇ ਵੇਰੀਏਬਲ ਨੂੰ ਸਟੈਕ ਦੇ ਵਿੱਚ ਕੀ ਆ ਮੈਮਰੀ ਮਿਲ ਜਾਏਗੀ ਕਲੀਅਰ ਬੇਟਾ ਯੈਸ ਔਰ ਨੋ yes ਠੀਕ ਹੈ sir ਬੇਟਾ ਉਹੀ ਚੀਜ਼ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ ਬੇਟਾ ਦੇਖੋ ਜਦੋਂ ਇਹ ਫੰਕਸ਼ਨ ਆਪਣੇ ਕੋਲ ਕਾਲ ਹੋਇਆ ਹੈ ਦਿਸ ਵਨ ਉਦੋਂ ਹੀ ਨਾਲ ਉਹਨੂੰ ਕੀ ਮਿਲ ਗਈ ਮੈਮਰੀ ਮਿਲ ਗਈ ਕਲੀਅਰ ਬੇਟਾ ਯੈਸ ਔਰ ਨੋ yes sir ਉਸ ਤੋਂ ਬਾਅਦ ਬੇਟਾ ਇਹ ਫੰਕਸ਼ਨ Yes, sir. ਐਗਜ਼ੀਕਿਊਟ ਹੋਏਗਾ ਉਹਦੇ ਵਿੱਚ ਨੈਕਸਟ ਸਟੇਟਮੈਂਟ ਕਿਹੜੀ ਮੇਰੇ ਕੋਲ printf %da ਬੇਟਾ ਇਹ ਕੀ ਕਰੇਗਾ ਸ਼ਾਬਾਸ਼ ਇਹ ਸਟੇਟਮੈਂਟ ਕੀ sir ਕਰੇਗੀ a ਦੀ Sir, value value ਨੂੰ ਠੀਕ ਹੈ sir ਕਿੱਦਾਂ- value print ਕਰਵਾਏਗਾ ਹਾਂ ਬੇਟਾ ਕਿੱਦਾਂ ਪ੍ਰਿੰਟ ਕਰਾਏਗੀ ਕਿੱਦਾਂ ਕਰੇਗੀ ਪਹਿਲਾਂ ਇਹ ਮੈਮਰੀ ਵਿੱਚ ਚੈੱਕ ਕਰੇਗਾ ਠੀਕ ਹੈ ਦਿਸ ਵਨ ਸਟੇਟਮੈਂਟ ਐਗਜ਼ੀਕਿਊਟ ਹੋਏਗੀ ਦੈਨ ਬੇਟਾ ਇਹ ਮੈਮਰੀ ਵਿੱਚ ਚੈੱਕ ਕਰੇਗਾ ਕਿ ਇਹ ਵੇਰੀਏਬਲ ਕਿੱਥੇ ਹੈ ਕਿਉਂਕਿ ਇਹਦੀ ਜਿਹੜੀ ਮੈਮਰੀ ਐਲੋਕੇਟ ਹੋਈ ਹੈ ਉਹ ਵਾਲੀ ਆਪਣੇ ਟੌਪ ਵਾਲੀ ਐਕਟੀਵੇਸ਼ਨ ਰਿਕਾਰਡ ਜਿਹੜਾ ਹੋਏਗਾ ਇਹ ਵਾਲਾ ਹੋਏਗਾ ਠੀਕ ਹੈ ਸੋ ਇੱਥੇ ਆਪਣੇ ਕੋਲ a ਦੀ ਵੈਲਿਊ ਕਿੰਨੀ ਮਿਲ ਜੇਗੀ 11 ਤੋਂ 11 ਨੂੰ ਕੀ ਕਰਾ ਦੇਗਾ ਇਹ ਪ੍ਰਿੰਟ ਕਰਾ ਦੇਗਾ ਕਲੀਅਰ ਬੇਟਾ Yes, sir. ਠੀਕ ਹੈ Yes, ਜਦੋਂ ਵੀ ਆਪਾਂ sir. ਬੇਟਾ printf ਕਮਾਂਡ ਲਿਖਦੇ ਹਾਂ ਨਾ ਉਹ ਪਹਿਲਾਂ ਮੈਮਰੀ ਚੈੱਕ ਕਰਦਾ ਹੈ ਔਰ ਦੇਖਦਾ ਹੈ ਕਿ ਉੱਥੇ ਮੈਮਰੀ ਦਾ a ਨਾਮ ਕਿਹੜਾ ਹੈ ਉੱਥੇ ਜਿਹੜੀ ਵੈਲਿਊ ਗਏਗੀ ਉਹਨੂੰ ਕੀ ਕਰ ਦੇਗਾ ਉਹ ਡਿਸਪਲੇ ਕਰ ਦੇਗਾ ਸਮਝ ਲੱਗੀ ਬੇਟਾ ਸਾਰਿਆਂ ਨੂੰ Yes, sir. yes ਬੇਟਾ sir ਬੇਟਾ ਸਮਝ ਲੱਗਦੀ ਵੀ ਸਾਰਿਆਂ ਨੂੰ Yes, sir. yes sir ਓਕੇ ਉਸ ਤੋਂ ਬਾਅਦ Yes, ਦੇਖੋ ਫੰਕਸ਼ਨ ਦੇ ਵਿੱਚ ਬੇਟਾ ਹੋਰ ਕੋਈ ਸਟੇਟਮੈਂਟ ਨਹੀਂ ਹੈ ਦੇਖੋ ਜਦੋਂ ਬੇਟਾ ਫੰਕਸ਼ਨ ਖਤਮ ਹੋ ਜਾਏਗਾ ਜਿਹੜੇ ਇਹਦੇ ਵੇਰੀਏਬਲ ਨੂੰ ਮੈਮਰੀ ਐਲੋਕੇਟ ਕੀਤੀ ਸੀ ਬੇਟਾ ਉਹ ਮੈਮਰੀ ਕੀ ਹੋ ਜਾਏਗੀ ਡੀ ਐਲੋਕੇਟ ਹੋ ਜਾਏਗੀ ਕਲੀਅਰ yes ਔਰ ਨੋ sir ਤੁਸੀਂ ਦੇਖ ਸਕਦੇ ਹੋ ਕਿ ਦੇਖੋ ਪਹਿਲਾਂ ਆਪਣੇ ਕੋਲ a 11 ਸੀਗਾ ਮੈਮਰੀ ਮਿਲੀ ਸੀਗੀ ਜਦੋਂ ਫੰਕਸ਼ਨ ਦਾ ਰੋਲ ਬੇਟਾ ਖਤਮ ਹੋ ਜਾਏਗਾ ਠੀਕ ਹੈ ਉਦੋਂ ਕੀ ਮੈਮਰੀ ਕੀ ਹੋ ਜਾਏਗੀ ਡੀ ਐਲੋਕੇਟ ਹੋ ਜਾਏਗੀ ਕਲੀਅਰ ਬੇਟਾ yes or sir no? Sir. ਬੇਟਾ ਸਮਝ ਲੱਗਦੀ ਵੀ ਸਾਰਿਆਂ ਨੂੰ yes sir ਸੋ ਬੇਟਾ ਇਹੀ ਚੀਜ਼ ਲਿਖੀ ਹੋਈ ਆ ਐਂਡ ਵੈਨ ਐਵਰ
the function call is over, the memory for the variable is deallocated। ਬੇਟਾ ਹੁਣ ਸਮਝ ਲੱਗੀ ਡੈਫੀਨੇਸ਼ਨ ਦੀ ਇਹ ਚੀਜ਼ ਦੀ? Yes, sir. Yes, ਠੀਕ ਹੈ, sir. ਜਦੋਂ ਕਹਿੰਦਾ ਕਿ ਫੰਕਸ਼ਨ ਕਾਲ ਬੇਟਾ ਓਵਰ ਹੋ ਜਾਏਗੀ, ਦੈਟ ਮੀਨਸ ਆਪਣੇ ਕੋਲ ਫੰਕਸ਼ਨ ਦਾ ਟਾਸਕ ਖਤਮ ਹੋ ਜਾਏਗਾ। ਉਸ ਟਾਈਮ ਤੇ ਜਿਹੜੀ ਵੇਰੀਏਬਲਸ ਨੂੰ ਮੈਮਰੀ ਮਿਲੇਗੀ ਉਹ ਕੀ ਹੋ ਜਾਏਗੀ? ਡੀਐਲੋਕੇਟ ਹੋ ਜਾਏਗੀ। ਕਲੀਅਰ? Yes, sir. Yes, sir. ਓਕੇ, ਸੌਰੀ। ਹੁਣ ਬੇਟਾ ਜਦੋਂ ਆਪਣੇ ਕੋਲ ਇਹ ਖਤਮ ਹੋ ਜਾਏਗਾ, ਹੁਣ ਜਿੱਥੇ ਫੰਕਸ਼ਨ ਨੂੰ ਕਾਲ ਕੀਤਾ ਸੀਗਾ ਬੇਟਾ ਇਹ ਦੁਬਾਰਾ ਉੱਥੇ ਹੀ ਜਾਏਗਾ। ਬੇਟਾ ਕਾਲ ਕਿੱਥੇ ਕੀਤਾ ਸੀ ਆਪਾਂ ਨੂੰ? ਇਹ ਸਟੇਟਮੈਂਟ ਦੇ ਉੱਪਰ। ਯੈਸ ਔਰ ਨੋ? Yes, sir. ਠੀਕ ਹੈ, ਉਸ ਤੋਂ ਬਾਅਦ ਬੇਟਾ ਜਿਹੜਾ ਕੰਟਰੋਲ ਹੈ, ਉਸ ਤੋਂ ਬਾਅਦ ਇਹ ਸਟੇਟਮੈਂਟ ਐਗਜ਼ੀਕਿਊਟ ਹੋ ਜਾਏਗੀ। ਉਸ ਤੋਂ ਬਾਅਦ ਜਿਹੜੀ ਨੈਕਸਟ ਸਟੇਟਮੈਂਟ ਹੋਏਗੀ ਉੱਤੇ ਜਾਏਗਾ। ਨੈਕਸਟ ਸਟੇਟਮੈਂਟ ਕੋਈ ਨਹੀਂ ਹੈ ਤੇ ਦੈਨ ਆਪਣੇ ਕੋਲ ਕੀ ਹੋਏਗਾ? ਮੇਨ ਫੰਕਸ਼ਨ ਕੀ ਹੋ ਜਾਏਗਾ ਬੇਟਾ? ਖਤਮ ਹੋ ਜਾਏਗਾ। ਕਲੀਅਰ ਬੇਟਾ? ਯੈਸ ਔਰ ਨੋ? Yes, sir. ਕਿਉਂਕਿ ਜਦੋਂ ਬੇਟਾ ਇੱਕ ਫੰਕਸ਼ਨ ਇੱਕ ਕਾਲ ਕੀਤਾ ਸੀਗਾ, ਇਹਨੇ ਆਪਣਾ ਰੋਲ ਪਲੇ ਕੀਤਾ। ਰੋਲ ਪਲੇ ਕਰਨ ਤੋਂ ਬਾਅਦ ਜਿੱਥੇ ਕਾਲ ਕੀਤਾ ਸੀ ਦੈਨ ਦੁਬਾਰਾ ਉਸ ਫੰਕਸ਼ਨ ਦੇ ਵਿੱਚ ਜਾਏਗਾ, ਬਟ ਉਹ ਨੈਕਸਟ ਸਟੇਟਮੈਂਟ ਦੇ ਨੈਕਸਟ ਫਰਦਰ ਕੋਈ ਸਟੇਟਮੈਂਟ ਨਹੀਂ ਆ। ਡੈਟ ਮੀਨਸ ਕੀ ਹੋਗਾ? ਮੇਨ ਫੰਕਸ਼ਨ ਤੁਹਾਡਾ ਕੀ ਹੋ ਜਾਏਗਾ? ਖਤਮ ਹੋ ਜਾਏਗਾ। ਕਲੀਅਰ ਬੇਟਾ? ਯੈਸ ਔਰ ਨੋ? Yes, ਤੁਸੀਂ sir. ਦੇਖ ਸਕਦੇ ਹੋ ਕਿ ਮੇਨ ਫੰਕਸ਼ਨ ਜਦੋਂ ਖਤਮ ਹੋ ਰਿਹਾ ਹੈ ਤੇ ਤੁਸੀਂ ਦੇਖੋ ਸਟੈਕ ਦੇ ਵਿੱਚ ਜਿਹੜੀ ਮੈਮਰੀ ਐਲੋਕੇਟ ਕੀਤੀ ਸੀ ਬੇਟਾ ਉਹ ਵੀ ਡੀਐਲੋਕੇਟ ਹੋ ਜਾਏਗੀ। ਦੇਖੋ ਇੱਥੇ ਫੰਕਸ਼ਨ ਖਤਮ ਹੋ ਗਿਆ ਔਰ ਨਾਲ ਦੀ ਨਾਲ ਮੈਮਰੀ ਕੀ ਹੋ ਗਈ? ਡੀਐਲੋਕੇਟ ਹੋ ਗਈ। ਬੇਟਾ ਕਲੀਅਰ ਹੋ ਗਿਆ ਸਾਰਿਆਂ ਨੂੰ? Yes, sir. ਠੀਕ ਹੈ, ਔਰ Sir, ਉਸ ਤੋਂ last ਤਾਂ ਨਹੀਂ clear ਹੋਇਆ ਕਿ x ਦੀ ਵੈਲਿਊ ਡੀਐਲੋਕੇਟ ਹੋਗੀ। ਹਾਂਜੀ ਕਿੱਦਾਂ? ਸਰ ਜਿਹੜਾ ਲਾਸਟ x ਦੀ ਵੈਲਿਊ ਕਿਉਂ ਸਰ ਡੀਐਲੋਕੇਟ ਹੋ ਗਈ? ਇਹ ਵਾਲੀ ਯੈਸ ਸਰ। ਬੇਟਾ ਦੇਖੋ ਜਦੋਂ ਜਦੋਂ ਆਪਣੇ ਕੋਲ ਇੱਥੇ ਕਾਲ ਜਾਏਗੀ ਬੇਟਾ ਮੇਨ ਫੰਕਸ਼ਨ ਖਤਮ ਨਹੀਂ ਹੋ ਜਾਏਗਾ, ਕਿਉਂਕਿ ਜਦੋਂ ਆਪਣੇ ਕੋਲ ਲਾਸਟ ਸਟੇਟਮੈਂਟ ਐਗਜ਼ੀਕਿਊਟ ਹੋਏਗੀ ਮੇਨ ਫੰਕਸ਼ਨ ਖਤਮ ਹੋ ਜਾਏਗਾ। ਹਾਂਜੀ ਸਰ। ਠੀਕ ਹੈ ਬੇਟਾ, ਜਦੋਂ Okay, ਮੇਨ sir. ਫੰਕਸ਼ਨ ਆਪਣਾ ਕੰਮ ਖਤਮ ਕਰ ਦੇਗਾ ਉਸ ਟਾਈਮ ਤੇ ਉਹਦੇ ਵਿੱਚ ਜਿਹੜੇ ਵੇਰੀਏਬਲਸ ਨੂੰ ਮੈਮਰੀ ਮਿਲੇਗੀ ਬੇਟਾ ਉਹ ਵੀ ਕੀ ਹੋ ਜਾਏਗੀ? ਡੀਐਲੋਕੇਟ ਹੋ ਜਾਏਗੀ। ਕਲੀਅਰ ਬੇਟਾ? ਯੈਸ ਸਰ। ਇਸ ਕਰਕੇ ਬੇਟਾ ਮੈਮਰੀ ਕੀ ਹੋਗੀ? ਉਹ ਤੋਂ ਵਾਪਸ ਲੈ ਲਈ ਕੀ ਆ? ਡੀਐਲੋਕੇਟ ਹੋ ਗਈ ਹੈ। ਉਸ ਤੋਂ ਬੇਟਾ ਪ੍ਰੋਗਰਾਮ ਖਤਮ ਹੋ ਜਾਏਗਾ ਤੇ ਦੈਨ ਜਿਹੜੀ ਮੈਮਰੀ ਐਲੋਕੇਟ ਕੀਤੀ ਸੀਗੀ ਉਹ ਕੀ ਹੋ ਜਾਏਗੀ? ਡੀਐਲੋਕੇਟ ਹੋ ਜਾਏਗੀ ਜਦੋਂ ਪ੍ਰੋਗਰਾਮ ਰਨਿੰਗ ਚੋਂ ਬਾਹਰ ਆ ਜਾਏਗਾ। ਕਲੀਅਰ ਬੇਟਾ? ਯੈਸ Yes, ਸਰ। sir. ਤੁਸੀਂ ਦੇਖ ਸਕਦੇ ਹੋ ਕਿ ਉਦੋਂ ਆਪਣੇ ਕੋਲ ਕੋਡ ਸੈਕਸ਼ਨ ਤੋਂ ਡਾਟਾ ਕੀ ਆ ਗਿਆ? ਬਾਹਰ ਆ ਗਿਆ। ਇਹਦਾ ਮਤਲਬ ਕੀ ਹੈ ਕਿ ਪ੍ਰੋਗਰਾਮ ਆਪਣਾ ਰਨ ਹੋ ਗਿਆ। ਰਨ ਹੋਣ ਤੋਂ ਬਾਅਦ ਆਪਾਂ ਰਿਜ਼ਲਟ ਦੇਖ ਲਏ ਹੈ, ਉਦੋਂ ਬਾਅਦ ਆਪਣੇ ਕੋਲ ਮੈਮਰੀ ਕੀ ਹੋ ਗਈ? ਡੀਐਲੋਕੇਟ ਹੋ ਗਈ। ਬੇਟਾ ਸਮਝ ਲੱਗੀ ਸਾਰਿਆਂ ਨੂੰ? Yes, sir. ਸਮਝ ਲੱਗੀ ਸਾਰਿਆਂ ਨੂੰ? ਕੋਡ ਸੈਕਸ਼ਨ ਦੇ ਵਿੱਚ ਬੇਟਾ ਆਪਣੇ ਕੋਲ ਐਗਜ਼ੀਕਿਊਟੇਬਲ ਸਟੇਟਮੈਂਟਸ ਹੋਣਗੀਆਂ। ਸਟੈਟਿਕ ਵੇਰੀਏਬਲ ਅਗਰ ਤੁਹਾਡੇ ਕੋਲ ਹੈ, ਗਲੋਬਲ ਵੇਰੀਏਬਲ ਪ੍ਰੋਗਰਾਮ ਦੇ ਵਿੱਚ ਹੈ, ਉਹਦੀ ਇਨਫੋਰਮੇਸ਼ਨ ਆਪਣੇ ਕੋਲ ਇਸ ਪੋਰਸ਼ਨ ਦੇ ਵਿੱਚ ਹੋਏਗੀ। ਕੋਡ ਸੈਕਸ਼ਨ ਦੇ ਵਿੱਚ ਹੀ ਆਪਣੇ ਕੋਲ ਸਟੈਟਿਕ ਵੇਰੀਏਬਲ ਪੋਰਸ਼ਨ ਹੋਏਗਾ, ਉੱਥੇ ਸਟੋਰ ਹੋਏਗੀ। ਸਟੈਕ ਜਿਹੜਾ ਹੈ ਬੇਟਾ ਇਹ ਆਪਣੇ ਕੋਲ ਇੰਪੋਰਟੈਂਟ ਹੈ। ਦੈਟ ਮੀਨਸ ਕੀ ਹੋਏਗਾ? ਜਿਹੜੇ ਵੀ ਆਪਾਂ ਫੰਕਸ਼ਨ ਦੇ ਵਿੱਚ ਵੇਰੀਏਬਲ ਯੂਜ਼ ਕਰਾਂਗੇ ਜਾਂ ਐਰੇ ਆਪਾਂ ਯੂਜ਼ ਕਰਾਂਗੇ ਉਹਨੂੰ ਆਪਾਂ ਨੂੰ ਮੈਮਰੀ ਸਟੈਕ ਦੇ ਵਿੱਚੋਂ ਮਿਲੇਗੀ। ਕਲੀਅਰ ਬੇਟਾ? ਯੈਸ ਸਰ। ਜਦੋਂ ਬੇਟਾ ਉਹ ਵੇਰੀਏਬਲ ਦਾ ਫੰਕਸ਼ਨ ਦਾ ਰੋਲ ਖਤਮ ਹੋ ਜਾਏਗਾ ਮੈਮਰੀ ਕੀ ਹੋ ਜਾਏਗੀ? ਡੀਐਲੋਕੇਟ ਹੋ ਜਾਏਗੀ। ਕਲੀਅਰ? ਯੈਸ ਸਰ। ਠੀਕ ਹੈ। ਸੋ ਬੇਟਾ ਦਿਸ ਇਜ਼ ਐਪਲੀਕੇਸ਼ਨ ਆਫ ਅ ਸਟੈਕ। ਤੁਸੀਂ ਦੇਖ ਸਕਦੇ ਹੋ ਕਿ ਸਟੈਕ ਦੀ ਮਦਦ ਦੇ ਨਾਲ ਆਪਾਂ ਮੈਮਰੀ ਨੂੰ ਕੀ ਕਰ ਸਕਦੇ ਹਾਂ? ਮੈਨੇਜ ਕਰ ਸਕਦੇ। ਸੋ ਦੈਟਸ ਲਿਖਿਆ ਹੈ ਸਟੈਕਸ ਕੈਨ ਬੀ ਯੂਜ਼ ਫॉर ਮੈਮਰੀ ਮੈਨੇਜਮੈਂਟ। ਕਲੀਅਰ ਬੇਟਾ? ਯੈਸ Yes, ਸਰ। ਠੀਕ ਹੈ sir. ਬੇਟਾ, ਇਹ ਜਿਹੜੀ ਚੀਜ਼ ਹੈ ਦੈਟ ਇਜ਼ ਅ ਵੈਰੀ ਇੰਪੋਰਟੈਂਟ ਹੈ। ਤੁਹਾਨੂੰ ਹੁਣ ਕਲੀਅਰ ਹੋਏਗਾ ਜਦੋਂ ਤੁਹਾਡਾ ਪ੍ਰੋਗਰਾਮ ਰਨ ਹੋਏਗਾ ਪਹਿਲਾਂ ਉਹਨੂੰ ਮੈਮਰੀ ਐਲੋਕੇਟ ਹੋਏਗੀ, ਉਹਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਸੈਕਸ਼ਨਸ ਹੋਣਗੇ। ਕੋਡ ਸੈਕਸ਼ਨ ਦੇ ਵਿੱਚ ਐਗਜ਼ੀਕਿਊਟਿਵ ਸਟੇਟਮੈਂਟ ਜਾਏਗੀ, ਜਿਹੜੇ ਵੇਰੀਏਬਲਸ ਹੋਣਗੇ ਆਪਣੇ ਕੋਲ ਸਟੈਕ ਦੇ ਵਿੱਚ ਜਾਣਗੇ। ਜਿਹੜਾ ਫੰਕਸ਼ਨ ਕਾਲ ਹੋਏਗਾ ਉਹਦਾ ਮੈਮਰੀ ਐਲੋਕੇਟ ਹੋਈ ਜਾਏਗੀ। ਜਦੋਂ ਫੰਕਸ਼ਨ ਆਪਣਾ ਕੰਮ ਖਤਮ ਕਰ ਦੇਗਾ ਮੈਮਰੀ ਕੀ ਹੋ ਜਾਏਗੀ? ਡੀਐਲੋਕੇਟ ਹੋ ਜਾਏਗੀ। ਕਲੀਅਰ ਬੇਟਾ? ਯੈਸ ਔਰ ਨੋ? ਨੈਕਸਟ ਆਪਣੇ ਕੋਲ ਹੈ ਡਾਟਾ ਸਟਰਕਚਰ ਆਰ ਯੂਜ਼ ਇਨ ਬੈਕ ਟਰੈਕਿੰਗ ਪ੍ਰੋਬਲਮ। ਬੇਟਾ ਕੋਈ ਦੱਸ ਸਕਦਾ ਕਿ ਬੈਕ ਟਰੈਕਿੰਗ ਦਾ ਕੀ ਮਤਲਬ ਹੈ? ਹਾਂਜੀ ਬੇਟਾ, ਐਨੀਬਡੀ? ਬੇਟਾ ਸਾਹਮਣੇ ਚੈਸ ਦੇਖੀ ਹੈ? ਚੈਸ ਗੇਮ ਦੇਖੀ ਸਾਰਿਆਂ ਨੇ? Yes, sir. ਯੈਸ ਸਰ। ਬੇਟਾ ਚੈਸ ਗੇਮ ਦੇ ਵਿੱਚ ਕਿੱਦਾਂ ਗੇਮ ਖੇਲਦੇ ਆਪਾਂ? ਉਹਦੇ ਵਿੱਚ ਜਿਹੜੇ ਪਿਆਦੇ ਹੁੰਦੇ ਆ ਉਹ ਕਿੱਦਾਂ ਮੂਵ ਕਰਦੇ ਆ, ਜਾਂ ਹੋਰ ਜਿਹੜੇ ਹਾਥੀ ਘੋੜੇ ਹੁੰਦੇ ਬੇਟਾ ਕਿੱਦਾਂ ਮੂਵ ਕਰਦੇ ਆ? ਬੇਟਾ ਦੇਖੋ ਉਹਦੇ ਵਿੱਚ ਜਿਹੜੀ ਮੂਵਮੈਂਟ ਹੈ ਅੱਗੇ ਪਿੱਛੇ ਹੋ ਸਕਦੀ ਨਾ। Yes, sir. ਠੀਕ ਹੈ, ਮੰਨ ਲਓ ਮੈਂ ਇਹ ਪੁਆਇੰਟਸ ਹੈ ਮੇਰੇ ਕੋਲ ਲਾਈਕ ਦਿਸ B E F H। ਠੀਕ ਹੈ, ਫਿਰ ਧਿਆਨ ਨਾਲ ਮਾੜਾ ਸਮਝਿਓ, ਤੁਹਾਨੂੰ ਬੈਕ ਟਰੈਕਿੰਗ ਹੈ ਫਿਰ ਤਾਂ ਕਲੀਅਰ ਹੋ ਜਾਏਗਾ। ਹੁਣ ਬੇਟਾ ਮੰਨ ਲਓ ਤੁਸੀਂ H ਕੋਲ ਜਾਣਾ, A ਤੋਂ ਸਟਾਰਟ ਕਰਨਾ ਹੈ, ਤੁਸੀਂ ਬੇਟਾ ਕਿੱਥੇ ਜਾਣਾ ਹੈ? H ਕੋਲ। ਕਲੀਅਰ ਬੇਟਾ? Yes, ਹੁਣ sir. ਮੰਨ ਲਓ ਤੁਸੀਂ A ਤੋਂ ਸਟਾਰਟ ਕੀਤਾ, ਤੁਸੀਂ ਬੇਟਾ B ਤੇ ਆ ਗਏ। ਠੀਕ ਹੈ, ਦੈਨ B ਤੋਂ ਸਟਾਰਟ ਕੀਤਾ, ਤੁਸੀਂ D ਤੇ ਆ ਗਏ। ਤੁਸੀਂ ਇੱਥੇ ਜਾ ਕੇ ਦੇਖਿਆ ਕਿ ਤੁਸੀਂ ਰੋਂਗ ਜਾ ਰਹੇ ਹੋ, ਯੂ ਆਰ ਗੋਇੰਗ ਟੂ ਅ ਰੋਂਗ ਪਾਥ। ਕਲੀਅਰ ਬੇਟਾ?
ਯੈਸ অর ਨੋ Yes. Yes, Yes. sir. ਦੈਨ ਉਸ ਕੇਸ ਵਿੱਚ ਤੁਸੀਂ ਵਾਪਸ ਜਾਓਗੇ ਕਲੀਅਰ ਯੈਸ অর ਨੋ Yes. Yes, sir. ਜਿੱਥੋਂ ਆਏ ਸੀ ਉੱਥੇ ਵਾਪਸ ਜਾਓਗੇ ਉੱਥੋਂ ਜਿੱਥੋਂ ਅਸੀਂ ਵਾਪਸ ਜਾਓਗੇ ਉਸ ਤੋਂ ਬਾਅਦ ਤੁਸੀਂ ਬੇਟਾ ਅਗੇਨ ਕਿ ਨਵਾਂ ਰੂਟ ਹੈ ਉਹ ਫਾਈਂਡ ਆਊਟ ਕਰੋਗੇ ਕਲੀਅਰ ਬੇਟਾ ਯੈਸ অর ਨੋ Yes. Yes, sir. तो बेटा ਜਿਹੜਾ ਆਪਾਂ ਵਾਪਸ ਜਾ ਰਹੇ ਹਾਂ ਬੈਕ ਟਰੈਕ that is known as a back tracking clear ਬੇਟਾ ਸਿੰਪਲ ਸਮਝਾਉਣ ਦੀ ਕੋਸ਼ਿਸ਼ Yes. ਕਰ ਰਹੇ ਹਾਂ that is known as a back tracking clear ਬੇਟਾ Yes. Yes, sir. so let's see simple example है so ਕੀ ਕਹਿ ਰਿਹਾ ਹੈ back tracking is one of the algorithm designing technique for that purpose we dive into some way that means ਆਪਾਂ ਕਿਸੇ ਰਸਤੇ ਕੀ ਹੈ dive means ਕੀ ਹੈ ਰਸਤੇ ਆਪਾਂ move ਕਰਦੇ ਹਾਂ if that way is not efficient ਅਗਰ ਉਹ ਜਿਸ ਰਸਤੇ ਬੇਟਾ ਆਪਾਂ ਜਾ ਰਹੇ ਹਾਂ ਅਗਰ ਉਹ ਰਸਤਾ ਆਪਣੇ ਕੋਲ efficient ਨਹੀਂ ਹੈ then ਕੀ ਕਰਾਂਗੇ we come back to the previous state and go into a some other path clear ਬੇਟਾ ਜਿਹੜੀ ਆਪਾਂ ਹੁਣੇ ਡਿਸਕਸ ਕੀਤਾ ਹੈ ਕਹਿੰਦਾ ਕਿ ਆਪਾਂ ਕਿਸੇ ਰਸਤੇ ਜਾ ਰਹੇ ਹਾਂ ਔਰ ਆਪਾਂ ਨੂੰ ਸਮਟਾਈਮਸ ਲੱਗਿਆ ਕਿ ਇਹ ਰਸਤਾ ਜਿਹੜਾ ਠੀਕ ਨਹੀਂ ਹੈ ਰੋਂਗ ਵੇ ਹੈ ਤਾਂ ਦੈਨ ਕੀ ਕਰਾਂਗੇ ਆਪਾਂ ਵਾਪਿਸ ਆ ਜਾਾਂਗੇ ਕਲੀਅਰ ਬੇਟਾ ਯੈਸ Yes, ਸਰ sir. ਤਾਂ Yes, ਦੈਨ ਆਪਾਂ sir. ਫਿਰ ਅਦਰ ਜਿਹੜਾ ਪਾਥ ਹੈ ਬੇਟਾ ਉਹ ਚੂਜ਼ ਕਰਾਂਗੇ ਕਲੀਅਰ ਬੇਟਾ Yes, sir. ਇਹਦੇ ਵਿੱਚ ਬੇਟਾ ਕੀ ਕਰਨਾ ਪਏਗਾ ਟੂ ਗੈਟ ਬੈਕ ਫਰੋਮ ਦਾ ਕਰੰਟ ਸਟੇਟ ਬੇਟਾ ਜਿਸ ਸਟੇਟ ਤੇ ਹੈ ਵਾਪਿਸ ਜਾਣ ਲਈ ਵੀ ਨੀਡ ਟੂ ਸਟੋਰ ਦਾ ਪ੍ਰੀਵੀਅਸ ਸਟੇਟ ਅਗਰ ਮੰਨ ਲਓ ਆਪਾਂ A ਤੋਂ B ਤੇ ਗਏ B ਤੋਂ C ਤੇ ਗਏ ਆ ਅਗਰ ਆਪਾਂ ਬੇਟਾ ਦੁਬਾਰਾ C ਤੋਂ B ਤੇ ਜਾਣਾ ਹੈ ਤੇ ਦੈਨ ਆਪਾਂ ਨੂੰ ਕੀ ਆ ਬੇਟਾ B ਦਾ ਐਡਰੈਸ ਕੀ ਕਰਨਾ ਪਏਗਾ ਸਟੋਰ ਕਰਨਾ ਪਏਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਅਗਰ ਆਪਣੇ ਕੋਲ ਐਡਰੈਸ ਹੋਏਗਾ ਤੇ ਦੈਨ ਹੀ ਆਪਾਂ ਵਾਪਿਸ ਜਾ ਅੱਗੇ ਜਾ ਸਕਦੇ ਹਾਂ ਕਲੀਅਰ ਬੇਟਾ yes or no Yes, so sir. that's ਲਿਖਿਆ to get back from a current state we need to store the previous state that means ਸਾਨੂੰ previous state ਕੀ ਹੈ ਸਟੋਰ ਕਰਨੀ ਪਏਗੀ then ਹੀ ਆਪਾਂ ਬੇਟਾ ਕੀ ਕਰਾਂਗੇ ਉਹਨੂੰ ਆਪਾਂ ਅੱਗੇ ਮੂਵ ਕਰ ਸਕਦੇ ਹਾਂ so that's why for that purpose we need a stack clear ਬੇਟਾ yes or no Yes, ਠੀਕ sir. ਹੈ ਸੋ ਇਸ ਪਰਪਸ ਵਾਸਤੇ ਕੀ ਚਾਹੀਦਾ ਮੈਨੂੰ ਸਟੈਕ ਚਾਹੀਦਾ ਹੈ ਸਮ ਪ੍ਰੋਬਲਮਸ ਆਫ ਬੈਕ ਟਰੈਕਿੰਗ is finding the solution of night tour problem or NQ queuing problem ਜਿਹੜਾ ਇਹਦੇ ਵਿੱਚ ਜਿਹੜਾ ਚੈਸ ਹੋ ਗਈ ਜਾਂ ਹੋਰ ਆਪਣੇ ਕੋਲ ਨਾਈਟ ਟੂਰ ਪ੍ਰੋਬਲਮਸ ਹੈ ਜਾਂ ਐਨ ਕਿਊਨ ਪ੍ਰੋਬਲਮਸ ਹੈ ਬੇਟਾ ਉੱਥੇ ਆਪਾਂ ਬੈਕ ਟਰੈਕਿੰਗ ਜਿਹੜਾ ਹੈ ਉੱਥੇ ਆਪਾਂ ਯੂਜ਼ ਕਰਦੇ ਹਾਂ ਉੱਥੇ ਆਪਾਂ ਸਟੈਕ ਨੂੰ ਯੂਜ਼ ਕਰ ਸਕਦੇ ਹਾਂ ਆਪਾਂ ਦੇਖਾਂਗੇ ਕਿਸ ਤੇ ਕਿੰਨਾ ਬੜਾ ਸਟੈਕ ਯੂਜ਼ ਹੁੰਦਾ ਹੈ ਹੁਣ ਦੇਖ ਲਓ ਮੇਰੇ ਕੋਲ ਇਹ ਹੈ ਮੇਰੇ ਕੋਲ ਮੰਨ ਲਓ ਐਲੀਮੈਂਟਸ ਹੈ ਮੰਨ ਲਓ ਤੁਸੀਂ ਸਟਾਰਟ ਕੀਤਾ ਇਹ ਆਪਣੇ ਕੋਲ ਐਡਰੈਸਿਸ ਹੈ ਬੇਟਾ ਦੇਖੋ ਧਿਆਨ ਦੇ ਨਾਲ A ਦਾ ਐਡਰੈਸ ਜਿਹੜਾ ਕੀ ਆ 1 ਮੈਂ ਅੰਡਰਸਟੈਂਡ ਕਰਨ ਵਾਸਤੇ ਸਮਝਣ ਵਾਸਤੇ ਨਾਲ ਐਡਰੈਸ ਲਿਖ ਲਿਆ A ਦਾ ਐਡਰੈਸ ਹੈ ਮੇਰੇ ਕੋਲ 1 B ਦਾ ਐਡਰੈਸ ਹੈ 2 C ਦਾ ਐਡਰੈਸ ਹੈ 3 ਐਂਡ ਸੋ ਔਨ ਔਰ ਫॉर ਐਗਜ਼ਾਮਪਲ ਆਪਾਂ A ਤੋਂ ਮੂਵ ਕਰੇ C ਤੇ ਬੜਾ ਧਿਆਨ ਨਾਲ ਦੇਖਿਓ ਇੱਥੇ ਆਪਣੇ ਕੋਲ ਕੀ ਆ ਸਟੈਕ ਹੈ ਦਿਸ ਇਜ਼ ਅ ਸਟੈਕ ਕਲੀਅਰ ਬੈਕ ਟਰੈਕਿੰਗ ਦੇ ਵਿੱਚ ਬੇਟਾ ਆਪਾਂ ਸਟੈਕ ਨੂੰ ਕੀ ਆ ਯੂਜ਼ ਕਰ ਸਕਦੇ ਹਾਂ ਤਾਂ ਕਿ ਆਪਾਂ ਪ੍ਰੀਵੀਅਸ ਸਟੇਟ ਨੂੰ ਸਟੋਰ ਕਰ ਸਕੀਏ ਹੁਣ ਮੰਨ ਲਓ ਤੁਸੀਂ A ਤੋਂ ਮੂਵ ਕੀਤਾ C ਨੂੰ ਕਲੀਅਰ ਬੇਟਾ ਯੈਸ ਔਰ ਨੋ Yes, sir. ਫਿਰ ਤੁਸੀਂ ਮੂਵ ਕੀਤਾ A ਤੋਂ C ਨੂੰ ਦੈਟ ਮੀਨ ਜਦੋਂ ਬੇਟਾ C ਤੇ ਆ ਜਾਗੇ ਦੈਨ ਤੁਹਾਨੂੰ ਕੀ ਆ A ਦਾ ਐਡਰੈਸ ਕੀ ਕਰਨਾ ਪਏਗਾ ਸਟੋਰ ਕਰਨਾ ਪਏਗਾ ਤਾਂ ਕਿ ਤੁਸੀਂ ਅਗਰ ਵਾਪਸ ਜਾਣਾ ਪਏ ਤਾਂ ਤੁਸੀਂ ਐਡਰੈਸ ਦੀ ਮਦਦ ਨਾਲ A ਤੇ ਵਾਪਸ ਜਾ ਸਕੋ ਕਲੀਅਰ ਬੇਟਾ ਯੈਸ ਔਰ ਨੋ Yes, sir. ਤਾਂ ਬੇਟਾ ਸਟੈਕ ਦੀ ਵੈਲਿਊ ਕੀ ਹੋ ਜਾਏਗੀ ਆਪਣੇ ਕੋਲ 1 ਹੋ ਜਾਏਗੀ ਸਟੈਕ ਦੇ ਵਿੱਚ ਆਪਾਂ 1 ਸਟੋਰ ਕਰ ਦਾਂਗੇ ਕਲੀਅਰ ਬੇਟਾ Yes, sir. ਬਿਕੋਜ਼ ਐਡਰੈਸ ਆਫ A ਇਜ਼ ਅ 1 ਸੋ ਆਪਾਂ ਸਟੈਕ ਦੇ ਵਿੱਚ 1 ਸਟੋਰ ਕਰਤਾ ਬੇਟਾ ਨੈਕਸਟ ਆਪਾਂ ਕਿੱਥੇ ਗਏ ਮੰਨ ਲਓ E ਦੇ ਉੱਪਰ ਹੁਣ ਬੇਟਾ ਐਡਰੈਸ ਕਿਹਦਾ ਸਟੋਰ ਹੋਏਗਾ ਸਟੈਕ ਦੇ ਵਿੱਚ Sir, C ਦਾ ਐਡਰੈਸ ਬੇਟਾ ਕਿੰਨਾ ਆ 3. 3 ਸੋ C ਦਾ ਐਡਰੈਸ ਮੇਰੇ ਕੋਲ ਕਿੰਨਾ ਹੈ 3 ਆਪਾਂ ਉਹ ਸਟੈਕ ਦੇ ਵਿੱਚ ਕੀ ਕਰ ਲਿਆ ਸਟੋਰ ਕਰ ਲਿਆ ਕਲੀਅਰ ਬੇਟਾ ਯੈਸ Yes, ਔਰ ਨੋ sir. ਹੁਣ ਮੰਨ ਲਓ ਤੁਹਾਨੂੰ ਲੱਗਿਆ ਕਿ ਯੂ ਆਰ ਗੋਇੰਗ ਅ ਰੋਂਗ ਵੇ ਤੁਸੀਂ ਗਲਤ ਰਸਤੇ ਜਾ ਰਹੇ ਹੋ ਠੀਕ ਹੈ ਦੈਟ ਮੀਨਸ ਤੁਸੀਂ ਵਾਪਸ ਮੁੜੋਗੇ ਕਲੀਅਰ so right now you are at this position ਔਰ ਇੱਥੇ ਲਾ ਕੇ ਤੁਹਾਨੂੰ ਪਤਾ ਲੱਗਿਆ ਕਿ you are going a wrong way ਔਰ ਕਿਸੇ ਕਾਰਨ ਤੁਹਾਨੂੰ ਵਾਪਸ ਜਾਣਾ ਪੈ ਰਿਹਾ ਹੈ ਕਲੀਅਰ ਬੇਟਾ Yes, ਠੀਕ ਹੈ sir. ਉਹਦੇ ਵਾਸਤੇ ਤੁਹਾਨੂੰ ਕੀ ਹੋਏਗਾ ਜਿੱਥੋਂ ਆਪਾਂ ਆਏ ਸੀ ਉਹਦਾ ਐਡਰੈਸ ਪਤਾ ਹੋਣਾ ਚਾਹੀਦਾ ਹੈ ਕਲੀਅਰ ਬੇਟਾ Yes, sir. ਠੀਕ ਹੈ ਦੈਨ ਆਪਾਂ ਕੀ ਕਰਾਂਗੇ ਉੱਥੇ ਆਪਾਂ ਬੇਟਾ ਸਟੈਕ ਚੈੱਕ ਕਰਾਂਗੇ ਸਟੈਕ ਦੇ ਵਿੱਚ ਦੇਖਾਂਗੇ ਟੌਪ ਦੇ ਉੱਪਰ ਕਿਹੜੀ ਵੈਲਿਊ ਪਈ ਹੋਈ ਹੈ ਜਿਹੜੀ ਸਟਾਕ ਦੇ ਉੱਪਰ ਵੈਲਿਊ ਪਈ ਹੋਊਗੀ ਦੈਟ ਮੀਨਸ ਉਹੀ ਪ੍ਰੀਵੀਅਸ ਨੋਡ ਦਾ ਕੀ ਹੋਏਗਾ ਐਡਰੈਸ ਹੋਏਗਾ ਦੈਨ ਬੇਟਾ ਇਸ ਐਡਰੈਸ ਦੀ ਮਦਦ ਦੇ ਨਾਲ ਬੇਟਾ ਆਪਾਂ ਕਿੱਥੇ ਚੱਲ ਜਾਾਂਗੇ ਦੁਬਾਰਾ ਜਿੱਥੋਂ ਆਏ ਸੀ ਉੱਥੇ ਆਪਾਂ ਮੂਵ ਕਰ ਜਾਾਂਗੇ ਕਲੀਅਰ ਬੇਟਾ Yes, sir. ਬੇਟਾ ਸਮਝ ਸਾਰਿਆਂ ਨੂੰ Yes, sir. ਵੇਟ ਠੀਕ ਹੈ ਉਸ ਤੋਂ ਬੇਟਾ ਕੀ ਹੋਏਗਾ ਜਦੋਂ ਆਪਾਂ ਕਰੰਟ ਪੋਜੀਸ਼ਨ ਤੇ ਆ ਜਾਵਾਂਗੇ ਦੈਨ ਉਹਦੀ ਵੈਲਿਊ ਕੀ ਉਹਦਾ ਐਡਰੈਸ ਸਟੈਕ ਦੇ ਵਿੱਚੋਂ ਕੀ ਹੋ ਜਾਏਗਾ ਰਿਮੂਵ ਹੋ ਜਾਏਗਾ ਕਲੀਅਰ ਬੇਟਾ
ਯੈਸ অর ਨੋ? Yes, sir. ਹੁਣ ਬੇਟਾ ਦੁਬਾਰਾ ਮੰਨ ਲਓ ਆਪਾਂ ਕਿੱਥੇ ਜਾਣਾ ਆ, ਡੀ ਦੇ ਉੱਪਰ। ਕਲੀਅਰ? ਯੈਸ অর ਨੋ? ਹੁਣ ਆਪਾਂ ਸਮ ਅਨਦਰ ਵੇ ਚੂਜ਼ ਕਰ ਲਿਆ ਹੈ। ਜਿਹੜੇ ਆਪਾਂ ਪਹਿਲਾਂ ਰਸਤੇ ਗਏ ਸੀਗੇ ਏ ਤੋਂ ਈ ਤੱਕ ਗਏ ਸੀਗੇ, ਉਹ ਆਪਣੇ ਕੋਲ ਰੋਂਗ ਵੇ ਸੀਗਾ। ਦੈਨ ਆਪਾਂ ਵਾਪਿਸ ਆ ਗਏ ਸਟੈਕ ਦੀ ਮਦਦ ਦੇ ਨਾਲ। ਹੁਣ ਦੈਨ ਆਪਾਂ ਨੈਕਸਟ ਰਸਤਾ ਪਾਥ ਚੂਜ਼ ਕਰ ਲਿਆ ਹੈ, ਤਾਂ ਦੈਨ ਸੀ ਤੋਂ ਡੀ ਤੇ ਗਏ। ਤੇ ਦੈਨ ਬੇਟਾ ਸਟੈਕ ਦੇ ਵਿੱਚ ਵੈਲਿਊ ਕਿਹਦੀ ਹੋਏਗੀ? D. ਨੋ ਬੇਟਾ, ਆਪਾਂ ਸੀ ਤੋਂ ਡੀ ਤੇ ਗਏ ਆ, ਪ੍ਰੀਵੀਅਸ ਨੋਡ ਦੀ ਹੋਏਗੀ, ਕਿਉਂਕਿ ਕਰੰਟਲੀ ਆਪਾਂ ਡੀ ਦੇ ਉੱਪਰ ਹੈ। ਤਾਂ ਸੀ ਦਾ ਐਡਰੈਸ ਕਿੰਨਾ ਮੇਰੇ ਕੋਲ 3। ਕਲੀਅਰ ਬੇਟਾ? 3. Yes, sir. ਠੀਕ ਹੈ। ਉਸ ਤੋਂ ਬਾਅਦ ਬੇਟਾ ਆਪਾਂ ਗਏ ਆ ਐਚ ਦੇ ਉੱਪਰ। ਨਾ ਹੁਣ ਬੇਟਾ ਐਡਰੈਸ ਕਿਹਦਾ ਸਟੋਰ ਹੋਏਗਾ ਸਟੈਕ ਦੇ ਵਿੱਚ? D. ਡੀ ਦਾ। ਕਲੀਅਰ ਬੇਟਾ? ਤਾਂ ਡੀ ਦਾ ਐਡਰੈਸ ਕਿੰਨਾ ਮੇਰੇ ਕੋਲ 4। ਕਲੀਅਰ ਬੇਟਾ? ਯੈਸ অর ਨੋ? ਉਸ ਤੋਂ ਬਾਅਦ ਨੈਕਸਟ ਬੇਟਾ ਆਪਾਂ ਗਏ ਆਈ ਤੇ। ਮੰਨ ਲਓ ਆਪਾਂ ਆਈ ਤੇ ਜਾਣਾ ਸੀਗਾ, ਨੈਕਸਟ ਆਪਾਂ ਆਈ ਤੇ ਗਏ। ਹੁਣ ਬੇਟਾ ਐਡਰੈਸ ਕਿਹਦਾ ਸਟੋਰ ਹੋਏਗਾ? H. ਐਚ ਦਾ। ਕਲੀਅਰ ਬੇਟਾ? ਯੈਸ অর ਨੋ? Yes, sir. ਠੀਕ ਹੈ। ਇਸ ਤਰੀਕੇ ਨਾਲ ਹੁਣ ਜਿਹੜਾ ਸਟੈਕ ਹੈ ਬੇਟਾ, ਉਹਨੇ ਆਪਾਂ ਡਾਟਾ ਸਟੋਰ ਕਰ ਲਿਆ। ਹੁਣ ਬੇਟਾ ਬੈਕ ਟਰੈਕ ਕਿੱਦਾਂ ਹੋਏਗਾ? ਸ਼ਾਬਾਸ਼, ਦੱਸੋ। ਹੁਣ ਮੰਨ ਲਓ ਮੈਂ ਵਾਪਿਸ ਜਾਣਾ ਹੈ, ਆਈ ਤੋਂ ਵਾਪਿਸ ਜਾਣਾ ਹੈ, ਤੇ ਦੈਨ ਬੇਟਾ ਆਪਾਂ ਕੀ ਕਰਾਂਗੇ? ਆਪਾਂ ਸਟੈਕ ਚੈੱਕ ਕਰਾਂਗੇ। ਕਲੀਅਰ ਬੇਟਾ? Yes, sir. ਠੀਕ ਹੈ। ਸਟੈਕ ਦੇ ਉੱਪਰ ਬੇਟਾ ਜਿਹੜੀ ਆਪਣੇ ਕੋਲ ਟੌਪ ਵੈਲਿਊ ਹੋਏਗੀ, ਉਹੀ ਪ੍ਰੀਵੀਅਸ ਜਿਹੜਾ ਐਲੀਮੈਂਟ ਹੋਏਗਾ, ਸਟੇਟ ਹੋਏਗੀ, ਉਹਦਾ ਐਡਰੈਸ ਹੋਏਗਾ। ਕਲੀਅਰ ਬੇਟਾ? Yes, sir. ਠੀਕ ਹੈ। ਸੋ ਸਟੈਕ ਦੀ ਟੌਪ ਵੈਲਿਊ ਆਪਾਂ ਅਸੈਸ ਕਰਾਂਗੇ, ਡੈਟ ਮੀਨਸ ਆਪਾਂ ਨੂੰ ਐਡਰੈਸ ਮਿਲ ਗਿਆ ਹੈ, ਉਹਦੀ ਮਦਦ ਦੇ ਨਾਲ ਆਪਾਂ ਪ੍ਰੀਵੀਅਸ ਸਟੇਟ ਦੇ ਉੱਪਰ ਵਾਪਸ ਚਲ ਜਾਾਂਗੇ। ਕਲੀਅਰ ਬੇਟਾ? Yes, sir. ਠੀਕ ਹੈ। ਉਸ ਤੋਂ ਬਾਅਦ ਕੀ ਹੋਏਗਾ? ਇਹ ਸਟੈਕ ਚੋਂ ਬਾਹਰ ਆ ਜਾਏਗਾ, ਕਿਉਂਕਿ ਆਪਾਂ ਜਦੋਂ ਕਰੰਟ ਪੋਜੀਸ਼ਨ ਤੇ ਆ ਗਏ, ਸਟੈਕ ਚੋਂ ਕੀ ਆ ਗਿਆ? ਰਿਮੂਵ ਹੋ ਗਿਆ। ਦੈਨ ਉਸ ਤੋਂ ਬਾਅਦ ਆਪਾਂ ਇਸ ਤੋਂ ਫਿਰ ਵਾਪਿਸ ਜਾਣਾ ਹੈ, ਤੇ ਦੈਨ ਆਪਾਂ ਕੀ ਕਰਾਂਗੇ? ਸਟੈਕ ਚੈੱਕ ਕਰਾਂਗੇ, ਉਹਦੀ ਟੌਪ ਤੇ ਵੈਲਿਊ ਕਿੰਨੀ ਪਈ ਹੋਈ ਬੇਟਾ ਮੇਰੇ ਕੋਲ? 4। ਕਲੀਅਰ ਬੇਟਾ? ਯੈਸ অর ਨੋ? Yes, ਦੈਨ sir. ਆਟੋਮੈਟਿਕਲੀ ਆਪਾਂ ਕਿੱਥੇ ਜਾਵਾਂਗੇ? ਪ੍ਰੀਵੀਅਸ ਜਿਹੜਾ ਸਟੇਟ ਹੈ ਡੀ ਹੈ ਬੇਟਾ, ਉੱਥੇ ਚਲ ਜਾਾਂਗੇ। ਦੈਨ ਉਸ ਕੇਸ ਵਿੱਚ ਜਿਹੜਾ ਆਪਣੇ ਕੋਲ ਟੌਪ ਤੇ ਵੈਲਿਊ ਹੋਏਗੀ, ਉਹ ਸਟੈਕ ਦੇ ਵਿੱਚੋਂ ਕੀ ਹੋ ਜਾਏਗੀ? ਰਿਮੂਵ ਹੋ ਜਾਏਗੀ। ਕਲੀਅਰ ਬੇਟਾ? Yes, sir. ਠੀਕ ਹੈ। ਉਸ ਤੋਂ ਬਾਅਦ ਆਪਾਂ ਡੀ ਤੋਂ ਵਾਪਸ ਕਿੱਥੇ ਜਾਣਾ ਹੈ? ਸਟੈਕ ਸੀ ਦੇ ਉੱਪਰ। ਦੈਨ ਆਪਾਂ ਡੀ ਦੇ ਪਿੱਛੇ ਦੇ ਆਪਾਂ ਸਟੈਕ ਚੈੱਕ ਕਰਾਂਗੇ। ਦੈਨ ਉਹਦੀ ਟੌਪ ਤੇ ਵੈਲਿਊ ਕੀ ਪਈ ਹੈ ਆਪਣੇ ਕੋਲ? 3। ਕਲੀਅਰ ਬੇਟਾ? See. ਤੇ 3 ਐਡਰੈਸ ਕਿਹੜਾ ਮੇਰੇ ਕੋਲ? ਸੀ ਦਾ। ਦੈਨ ਆਪਾਂ ਸੀ ਕੋ ਚਲੇ ਜਾਵਾਂਗੇ। ਕਲੀਅਰ ਬੇਟਾ? ਯੈਸ অর ਨੋ? Yes, sir. ਨਾਲ ਦੀ ਨਾਲ ਆਪਣੇ ਕੋਲ ਸਟੈਕ ਕੀ ਹੋ ਜਾਏਗਾ? ਖਾਲੀ ਹੋ ਜਾਏਗਾ। ਉਸ ਤੋਂ ਬਾਅਦ ਮੰਨ ਲਓ ਆਪਾਂ ਸੀ ਤੋਂ ਬਾਅਦ ਆਪਾਂ ਵਾਪਿਸ ਕਿੱਥੇ ਜਾਣਾ? ਏ ਦੇ ਉੱਪਰ। ਤੇ ਦੈਨ ਆਪਾਂ ਅਗੇਨ ਸਟੈਕ ਚੈੱਕ ਕਰਾਂਗੇ, ਉੱਥੇ ਟੌਪ ਤੇ ਕੀ ਪਿਆ ਹੋਇਆ ਮੇਰੇ ਕੋਲ? 1 ਪਿਆ ਹੋਇਆ ਹੈ, ਡੈਟ ਮੀਨਸ ਏ ਦਾ ਐਡਰੈਸ ਹੈ। ਤੇ ਆਪਾਂ ਬੇਟਾ ਕਿੱਥੇ ਚਲ ਜਾਾਂਗੇ? ਏ ਦੇ ਉੱਪਰ ਚਲ ਜਾਾਂਗੇ। ਕਲੀਅਰ ਬੇਟਾ? Yes, ਤੇ ਸਟੈਕ ਆਪਣੇ ਕੋਲ ਕੀ ਹੋ ਜਾਏਗਾ? ਖਾਲੀ ਹੋ ਜਾਏਗਾ। ਸੋ ਜਿਹੜਾ ਇਹ ਪ੍ਰੋਸੈਸ ਹੈ ਡੈਟ ਇਜ਼ ਨੋਨ ਐਜ਼ ਅ ਬੈਕ ਟਰੈਕ। ਕਲੀਅਰ ਬੇਟਾ? ਯੈਸ অর ਨੋ? Yes. Yes, sir. ਤੁਸੀਂ ਦੇਖ ਸਕਦੇ ਹੋ ਕਿ ਅਗਰ ਆਪਾਂ ਨੂੰ ਬੈਕ ਟਰੈਕਿੰਗ ਦੀ ਜਿੱਥੇ ਪ੍ਰੋਬਲਮ ਆ ਜਾਂਦੀ ਹੈ, ਜਿੱਥੇ ਆਪਾਂ ਨੂੰ ਅੱਗੇ ਪਿੱਛੇ ਮੂਵ ਕਰਨਾ ਪੈਂਦਾ ਹੈ, ਦੈਨ ਉਸ ਕੇਸ ਵਾਸਤੇ ਬੇਟਾ ਆਪਾਂ ਕੀ ਕਰਦੇ ਹਾਂ? ਸਟੈਕ ਯੂਜ਼ ਕਰਦੇ ਹਾਂ। ਸਟੈਕ ਦੇ ਵਿੱਚ ਜਦੋਂ ਆਪਾਂ ਮੂਵ ਕਰਾਂਗੇ, ਪ੍ਰੀਵੀਅਸ ਸਟੇਟ ਦਾ ਜਿਹੜਾ ਐਡਰੈਸ ਹੈ ਉਹ ਬੇਟਾ ਆਪਾਂ ਸਟੈਕ ਦੇ ਵਿੱਚ ਕੀ ਕਰ ਲਾਂਗੇ? ਉਹ ਸਟੋਰ ਕਰ ਲਾਂਗੇ। ਸੋ ਡੈਟਸ ਵਾਈ ਅਗਰ ਆਪਾਂ ਨੂੰ ਕਿਸੇ ਪੁਆਇੰਟ ਦੇ ਉੱਪਰ ਵਾਪਸ ਜਾਣਾ ਪੈਂਦਾ ਹੈ, ਦੈਨ ਸਟੈਕ ਦੀ ਬੇਟਾ ਟੌਪ ਵੈਲਿਊ ਅਸੈਸ ਕਰਕੇ ਆਪਾਂ ਵਾਪਸ ਆਪਾਂ ਪ੍ਰੀਵੀਅਸ ਸਟੇਟ ਦੇ ਉੱਪਰ ਜਾ ਸਕਦੇ ਹਾਂ। ਸੋ ਡੈਟਸ ਵਾਈ ਉਹ ਕਹਿ ਰਿਹਾ ਕਿ ਜਿੱਥੇ ਆਪਣੇ ਕੋਲ ਬੈਕ ਟਰੈਕਿੰਗ ਦਾ ਕਨਸੈਪਟ ਆਏਗਾ ਬੇਟਾ, ਉੱਥੇ ਆਪਾਂ ਸਟੈਕ ਨੂੰ ਯੂਜ਼ ਕਰ ਸਕਦੇ ਹਾਂ। ਬੇਟਾ ਕਨਸੈਪਟ ਕਲੀਅਰ ਹੋ ਸਾਰਿਆਂ ਨੂੰ? Yes, sir. ਬੇਟਾ ਸਮਝ ਗਈ? ਕੋਈ ਡਾਊਟ ਦੱਸ ਦਿਓ ਬੇਟਾ। No, sir. ਓਕੇ ਬੇਟਾ, ਨੈਕਸਟ ਆਪਣੇ ਕੋਲ ਰਿਕਰਸ਼ਨ ਹੈ। ਇਹ ਆਪਾਂ ਅੱਜ ਡਿਸਕਸ ਨਹੀਂ ਕਰਾਂਗੇ, ਬਿਕੋਜ਼ ਆਈ ਫੀਲ ਤੁਸੀਂ ਸਾਰੇ ਥੋੜੇ ਲੱਗਦੇ ਹੋ ਕਿ ਸੁਸਤੀ ਦੇ ਮਾਰੇ ਹੋ। ਠੀਕ ਹੈ ਬੇਟਾ, ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਬੇਟਾ। ਆਲ ਅਬਾਊਟ ਆਪਣੇ ਕੋਲ ਸਟੈਕ ਜਿਹੜਾ ਹੈ ਬੇਸਿਕਲੀ ਖਤਮ ਹੋ ਗਿਆ ਹੈ। ਠੀਕ ਹੈ, ਥੀਸ ਆਲ ਆਰ ਐਪਲੀਕੇਸ਼ਨ ਆਫ ਅ ਸਟੈਕ। ਨੈਕਸਟ ਆਪਣੇ ਕੋਲ ਅਕੋਰਡਿੰਗ ਟੂ ਸਿਲੇਬਸ ਦੇਖੀਏ, ਰਿਕਰਸ਼ਨ ਆਪਣੇ ਕੋਲ ਬੇਟਾ ਅਲੱਗ ਟੌਪਿਕ ਹੈ। ਸੋ ਡੈਟਸ ਵਾਈ ਬੇਟਾ ਆਪਾਂ ਇਹਨੂੰ ਕੱਲ ਡਿਸਕਸ ਕਰਾਂਗੇ। ਕੱਲ ਆਪਾਂ ਇੱਕ ਕਲਾਸ ਜ਼ਰੂਰ ਲਗਾਵਾਂਗੇ, ਸਿਰਫ ਆਪਾਂ ਰਿਕਰਸ਼ਨ ਡਿਸਕਸ ਕਰਾਂਗੇ। ਬੇਟਾ ਰਿਕਰਸ਼ਨ ਕੀ ਹੁੰਦੀ ਹੈ, ਠੀਕ ਹੈ, ਉਹਦੀ ਐਗਜ਼ਾਮਪਲਸ ਕਿਹੜੀਆਂ ਹੈ, ਤੇ ਦੈਨ ਬੇਟਾ ਉਹਦਾ ਇੱਕ ਪ੍ਰੋਗਰਾਮ ਆਪਾਂ ਜਿਹੜਾ 1 ਬਾਏ 1 ਕੀ ਡਿਸਕਸ ਕਰਾਂਗੇ। ਸੋ ਕੱਲ ਬੇਟਾ ਆਪਣੇ ਕੋਲ ਇੰਨਾ ਪੋਰਸ਼ਨ ਹੋਏਗਾ। ਡੈਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ। ਪੇਪਰ ਵਿੱਚ ਇਹ ਕੁਐਸਚਨ 100% ਆਉਣਾ ਹੀ ਆਉਣਾ ਹੈ। ਕਾਫੀ ਵਾਰੀ ਬੇਟਾ ਪੇਪਰ 'ਚ ਕੁਐਸਚਨ ਆਇਆ ਹੋਇਆ ਹੈ। ਕਲੀਅਰ ਬੇਟਾ? ਔਰ ਇਹਦੇ ਨਾਲ ਤੁਹਾਡੇ ਕੋਲ ਜਿਹੜਾ ਇਹ ਚੈਪਟਰ ਜਿਹੜਾ ਹੈ ਖਤਮ ਹੋ ਜਾਏਗਾ। ਦੈਨ ਆਪਾਂ ਕਿਊਜ਼ ਜਿਹੜਾ ਹੈ ਉਹ ਸਟਾਰਟ ਕਰਾਂਗੇ। ਕਲੀਅਰ ਬੇਟਾ? ਇਹਦੇ ਵਿੱਚ ਕੋਈ ਡਾਊਟ ਹੈ ਬੇਟਾ ਪਲੀਜ਼ ਪੁੱਛ ਲਓ। No, sir. ਸੋ ਆਪਾਂ ਬੇਟਾ ਆਪਣੇ ਜਿਹੜੀਆਂ ਸਟੈਕ ਦੀਆਂ ਜਿਹੜੀਆਂ ਐਪਲੀਕੇਸ਼ਨਸ ਹੈ ਉਹ ਆਪਾਂ 1 ਬਾਏ 1 ਸਾਰੀਆਂ ਡਿਟੇਲ ਦੇ ਵਿੱਚ ਵਿਦ ਐਗਜ਼ਾਮਪਲ ਡਿਸਕਸ ਕਰ ਲਈਆਂ ਹੈ। that is used for evaluate expression, then conversions, then parenthesis checking, then reverse the string, then memory management, then backtracking problem, then last beta ਆਪਾਂ discuss ਕਰਾਂਗੇ recursion as well as a quick sort. clear ਬੇਟਾ? Yes, ਠੀਕ ਹੈ। sir. ਅਗਰ ਬੇਟਾ ਪੇਪਰ ਦੇ ਵਿੱਚ ਆ ਜਾਂਦਾ ਤੇ then you simply write these applications.
ਠੀਕ ਹੈ। ਜਿਹੜੀਆਂ ਮੈਂ ਐਗਜ਼ਾਮਪਲ ਆ ਉਹ ਤੁਹਾਨੂੰ ਇਹਨਾਂ ਨੂੰ ਸਮਝਾਉਣ ਦੀ ਖਾਤਰ ਮੈਂ ਸਾਰੀ ਐਗਜ਼ਾਮਪਲ ਲੈਣੀਆਂ ਪਈਆਂ ਕਿ ਰਿਵਰਸ ਦਾ ਸਟ੍ਰਿੰਗ ਕਿੱਦਾਂ ਹੁੰਦਾ ਹੈ, ਮੈਮਰੀ ਕਿਸ ਤਰੀਕੇ ਨਾਲ ਮੈਨੇਜ ਹੁੰਦੀ ਹੈ, ਬੈਕ ਟਰੈਕਿੰਗ ਕੀ ਹੁੰਦੀ ਹੈ ਨਾ। ਹੁਣ ਤੁਹਾਨੂੰ ਆਈਡੀਆ ਕਲੀਅਰ ਹੋ ਗਿਆ ਕਿ ਇਹ ਸਟੈਕ ਜਿਹੜਾ ਹੈ ਕਿੱਥੇ ਕਿੱਥੇ ਯੂਜ਼ ਹੋ ਸਕਦਾ ਹੈ। ਕਲੀਅਰ ਬੇਟਾ? ਸੋ ਥੀਸ ਆਰ ਦ ਐਪਲੀਕੇਸ਼ਨ ਆਫ ਅਟੈਕ। ਕਲੀਅਰ? Yes, sir. ਠੀਕ ਹੈ। ਸੋ ਮੇਰਾ ਮਨ ਸੀਗਾ ਕਿ ਤੁਹਾਨੂੰ ਜਿਹੜੀ ਆਹ ਚੀਜ਼ ਹੈ ਜਿਹੜੀ ਆਪਾਂ ਅੱਜ ਡਿਸਕਸ ਕੀਤੀ ਹੈ ਬੇਟਾ, ਇਹ ਤੁਹਾਨੂੰ ਮੈਂ ਜ਼ਰੂਰ ਦੱਸਾਂ, ਬਿਕੋਜ਼ ਇਹ ਆਪਾਂ ਨੂੰ ਕਿਸੇ ਵੀ ਸਟੂਡੈਂਟ ਨੂੰ ਕਾਫੀ ਵਾਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਇੰਟਰਨਲੀ ਕਿਸੇ ਪ੍ਰੋਗਰਾਮ ਨੂੰ ਮੈਮਰੀ ਕਿੱਦਾਂ ਐਲੋਕੇਟ ਹੁੰਦੀ ਹੈ। ਨਾਓ ਆਈ ਹੋਪ ਕਿ ਸ਼ਾਇਦ ਤੁਹਾਨੂੰ ਕਲੀਅਰ ਹੋ ਗਿਆ ਕਿ ਮੈਮਰੀ ਕਿੱਦਾਂ ਐਲੋਕੇਟ ਹੁੰਦੀ ਹੈ। ਕਲੀਅਰ ਬੇਟਾ? Yes, Yes, sir. ਠੀਕ ਹੈ ਬੇਟਾ। ਔਰ ਨਾਲ ਦੀ ਨਾਲ ਇਹ ਜਿਹੜੀ ਸਾਰੀ ਪ੍ਰੈਜੈਂਟੇਸ਼ਨ ਹੈ ਬੇਟਾ ਮੈਂ ਗੂਗਲ ਕਲਾਸਰੂਮ ਦੇ ਵਿੱਚ ਅਪਲੋਡ ਕਰ ਦਿੱਤੀ ਹੈ। ਅਗਰ ਤੁਹਾਨੂੰ ਕੋਈ ਡਾਊਟ ਹੈ ਤੇ ਬੇਟਾ ਤੁਸੀਂ ਉਤੋਂ ਅਸੈਸ ਕਰ ਸਕਦੇ ਹੋ। ਕਲੀਅਰ ਬੇਟਾ? Yes, ਸਟੈਕ ਦੇ ਨੋਟਸ ਬੇਟਾ ਗੂਗਲ ਕਲਾਸਰੂਮ ਦੇ ਉੱਪਰ ਮੈਂ ਅਪਲੋਡ ਕਰ ਦਿੱਤੇ। ਸੋ ਬੇਟਾ ਅੱਜ ਦਾ ਸੈਸ਼ਨ ਜਿਹੜਾ ਆਪਾਂ ਇੱਥੇ ਸਟਾਪ ਕਰਦੇ ਹਾਂ। ਸੋ ਨੈਕਸਟ ਸੈਸ਼ਨ ਦੇ ਵਿੱਚ ਆਪਾਂ ਦੁਬਾਰਾ ਬੇਟਾ ਮਿਲਾਂਗੇ। ਕੱਲ ਆਪਾਂ ਰਿਕਰਸ਼ਨ ਡਿਸਕਸ ਕਰਾਂਗੇ। ਕਲੀਅਰ ਬੇਟਾ? Yes. ਵੀਡੀਓ ਔਨ ਕਰ ਲਿਓ ਬੇਟਾ। ਕੱਲ ਦੀ ਕਲਾਸ Excuse me, ਜ਼ਰੂਰ। sir. ਹਾਂਜੀ ਬੇਟਾ। ਹਾਂਜੀ ਟੀਨਾ ਬੋਲੋ। Sir, practical करवा दो 6 से। ਹਾਂ ਬੇਟਾ Sir, ਮੈਂ practical upload कर दो। ਹਾਂ ਬੇਟਾ ਮੈਂ ਪ੍ਰੈਕਟੀਕਲ ਤੁਹਾਡੇ ਜਿਹੜੇ ਹੈਗੇ ਆ ਉਹ ਤੁਹਾਨੂੰ ਮੈਂ ਅੱਜ ਸੈਂਡ ਕਰ ਦਿੰਦਾ। ਠੀਕ ਹੈ ਸ਼ਾਮ ਤੱਕ। ਠੀਕ ਹੈ ਬੇਟਾ। ਵੀਡੀਓ ਔਨ ਕਰ ਲਓ ਸਾਰੇ। ਹਾਂਜੀ sir। ਸਮਝ ਲੱਗੀ ਬੇਟਾ? ਐਪਲੀਕੇਸ਼ਨ ਸਮਝ ਲੱਗ ਗਈ? ਅਦਰਵਾਈਜ਼ ਬੇਟਾ ਐਪਲੀਕੇਸ਼ਨ ਅਗਰ ਮੈਂ ਉਸ ਤਰੀਕੇ ਨਾਲ ਸਮਝਾਉਂਦਾ ਤੇ ਮੈਨੂੰ ਸਿਰਫ 15 ਜਾਂ 20 ਮਿੰਟ ਲੱਗਣੇ ਸੀਗੇ, ਬਟ ਉਹ ਐਪਲੀਕੇਸ਼ਨ ਆਪਾਂ 2 ਜਾਂ 3 ਦਿਨ ਨਾਲ ਡਿਸਕਸ ਕੀਤਾ ਹੈ ਤਾਂ ਕਿ ਡਿਟੇਲ ਵਿੱਚ ਤੁਹਾਨੂੰ ਕੋਈ ਡਾਊਟ ਨਾ ਰਹੇ। ਕਲੀਅਰ ਬੇਟਾ? Yes, sir. ਓਕੇ Yes, sir. ਓਕੇ ਬੇਟਾ। ਥੈਂਕ ਯੂ। ਨਾਓ ਯੂ ਕੈਨ ਗੋ। ਥੈਂਕ ਯੂ ਬੇਟਾ।